ਸਤਿ ਸ਼੍ਰੀ ਅਕਾਲ ਪਿਆਰੇ ਦਰਸ਼ਕੋ, ਇਸ ਵਕਤ ਅਸੀਂ ਪ੍ਰਭ ਆਸਰਾ ਸੰਸਥਾ ਕੁਰਾਲੀ ਦੇ ਵਿੱਚ ਹਾਂ। ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਜੀ ਸਾਡੇ ਨਾਲ ਹੋਣਗੇ ਅਗਲੇ ਚੰਦ ਮਿੰਟ ਗੱਲਬਾਤ ਕਰਨ ਦੇ ਲਈ। ਕੈਮਰੇ ਦੀ ਨਜ਼ਰ ਦੇ ਨਾਲ ਤੁਹਾਨੂੰ ਬੈਕਗਰਾਉਂਡ ਨਜ਼ਰ ਆ ਜਾਏਗਾ। ਵਾਹਵਾ ਸਾਰੀ ਲੱਕੜ ਪਈ ਹੈ। ਇਮਾਰਤ ਐਸੀ ਕਿ ਜਿਸ ਦੇ ਉੱਤੇ ਹਜੇ ਰੰਗ ਰੋਗਨ ਨਹੀਂ ਹੋਇਆ। ਬੜਾ ਕੁਝ ਤੁਹਾਨੂੰ ਖਿੰਡਿਆ ਖੁੰਡਿਆ ਨਜ਼ਰ ਆਏਗਾ। ਇਹ ਤੋਂ ਸਹਿਜ ਅੰਦਾਜ਼ਾ ਲਾ ਸਕਦੇ ਹੋ ਤੁਸੀਂ ਕਿ ਨਵੀਂ ਕੋਈ ਇਮਾਰਤ ਜਿਹੜੀ ਹੈ ਉਸ ਦੀ ਇਮਾਰਤ ਸਾਜ਼ੀ ਕੀਤੀ ਜਾ ਰਹੀ ਹੈ। ਅੰਡਰ ਕੰਸਟਰਕਸ਼ਨ ਜਿਹੜੀ ਬਿਲਡਿੰਗ ਉਹਦਾ ਤੁਹਾਨੂੰ ਨਜ਼ਰ ਪਏਗੀ। ਇਹ ਸੰਸਥਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਕੰਮ ਕਰ ਰਹੀ ਹੈ। ਪ੍ਰਭ ਆਸਰਾ ਨਿਆਸਰਿਆਂ ਦਾ ਘਰ, ਠੀਕ ਇੱਕ ਗੱਲ। ਦੂਸਰੀ ਗੱਲ, ਜਦੋਂ ਹਰ ਵਾਰ ਇੱਥੇ ਵਿਜ਼ਿਟ ਕਰਦੇ ਹਾਂ ਤਾਂ ਕੁਝ ਨਾ ਕੁਝ ਨਵਾਂ ਸਾਨੂੰ ਦੇਖਣ ਨੂੰ ਮਿਲ ਰਿਹਾ ਹੁੰਦਾ। ਉਸੇ ਨਵੇਂਪਣ ਦੇ ਵਿੱਚੋਂ ਇਹ ਨਵੀਂ ਬਿਲਡਿੰਗ ਬਣ ਰਹੀ ਹੈ। ਭਾਈ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਕਿ ਜ਼ਰੂਰਤ ਕਿਉਂ ਪਈ ਇੱਕ ਨਵੀਂ ਬਿਲਡਿੰਗ ਛੱਤਣ ਦੀ। ਭਾਈ ਸਾਹਿਬ ਪਹਿਲਾਂ ਤਾਂ ਫਤਿਹ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਬੜੀਆਂ ਇਮਾਰਤਾਂ ਨੇ ਤੁਹਾਡੇ ਕੋਲ। ਤਾਂ ਪਹਿਲਾਂ ਜਦੋਂ ਆਪਾਂ ਗੇਟ ਤੋਂ ਅੰਦਰ ਐਂਟਰ ਕਰਦੇ ਹਾਂ, ਪਹਿਲਾਂ ਹੀ ਬਹੁਤ ਸਾਰੇ ਵਾਰਡ ਬਣੇ ਹੋਏ ਆ। ਬੀਬੀਆਂ ਦਾ ਵਾਰਡ ਅਲੱਗ ਬਣਿਆ ਹੋਇਆ, ਬੱਚਿਆਂ ਦਾ ਅਲੱਗ ਬਣਿਆ ਹੋਇਆ, ਬਹੁਤ ਸਾਰੇ ਕਮਰੇ ਨੇ ਪਹਿਲਾਂ ਵੀ। ਇਹ ਨਵੀਂ ਬਿਲਡਿੰਗ ਵੱਡੀ ਆ ਕਾਫੀ, ਇਹਨੂੰ ਬਣਾਉਣ ਦੀ ਲੋੜ ਕਿਉਂ ਪੈ ਗਈ? ਪਹਿਲਾਂ ਤਾਂ ਮੈਨੂੰ ਇਹੀ ਜਗਿਆਸਾ। ਇਹੋ ਜਿਹੀਆਂ ਨਾ ਸੈਂਕੜੇ ਦਾ ਮਤਲਬ ਸੈਂਕੜੇ ਬਿਲਡਿੰਗਾਂ ਬਣਾਉਣ ਦੀ ਲੋੜ ਹੈ ਜੇ ਅਸੀਂ ਆਪਣੇ ਨਾਗਰਿਕ ਨੂੰ ਸੋਸ਼ਲ ਸਿਕਿਉਰਿਟੀ ਪ੍ਰੋਵਾਈਡ ਕਰਨੀ ਹੈ, ਜੇ ਆਪਣੇ ਨਾਗਰਿਕ ਨੂੰ ਅਸੀਂ ਰੁਲਦਿਆਂ ਨੂੰ ਬਚਾਉਣਾ ਹੈ ਜੀ। ਇਹ ਤਾਂ ਬਹੁਤ ਛੋਟਾ ਜਿਹਾ ਐਫਰਟਸ ਹੈ ਸਾਡਾ। ਤੇ ਲੋੜ ਦੇ ਹਿਸਾਬ ਨਾਲ ਤਾਂ ਸਾਨੂੰ ਇੱਕ ਜ਼ਿਲ੍ਹੇ 'ਚ ਕਈ ਬਿਲਡਿੰਗਾਂ ਬਣਾਉਣ ਦੀ ਲੋੜ ਹੈ ਇਹੋ ਜਿਹੀਆਂ। ਜੇ ਨਾਗਰਿਕ ਅਸੀਂ ਜਿਵੇਂ ਸਾਨੂੰ ਸਿਰ ਤੇ ਛੱਤ ਚਾਹੀਦੀ ਹੈ ਨਾ, ਸਾਡੇ ਉਹਨਾਂ ਨਾਗਰਿਕਾਂ ਨੂੰ, ਉਹਨਾਂ ਸਾਥੀਆਂ ਨੂੰ ਵੀ, ਸਾਡੇ ਸਮਾਜਿਕ ਪਰਿਵਾਰ ਦੇ ਮੈਂਬਰਾਂ ਨੂੰ ਵੀ ਸਿਰ ਤੇ ਛੱਤ ਚਾਹੀਦੀ ਹੈ। ਹੁਣ ਇਹ ਪਹਿਲਾਂ ਬਣਾਇਆ ਸੀ ਜਿਹੜਾ ਲੰਗਰ ਹਾਲ ਸੀ। ਇਹ ਲੰਗਰ ਹਾਲ ਦੀ ਸਾਡੀ ਕਪੈਸਿਟੀ ਜਿਹੜੀ 100 ਦੀ ਸੀ ਪਹਿਲਾਂ, ਮੈਕਸੀਮਮ ਜਿਹੜਾ ਪਹਿਲਾਂ ਚੱਲ ਰਿਹਾ। ਹੁਣ ਉੱਥੇ 500 ਬੰਦੇ ਦਾ ਲੰਗਰ ਬਣਦਾ। ਤੇ ਮਤਲਬ ਕਿੰਨਾ ਕੁ ਤੁਸੀਂ ਮਤਲਬ ਉਹਦੇ ਵਿੱਚ 100 ਨੂੰ 5 ਗੁਣਾ ਹੋਰ ਕਿਵੇਂ ਕਰਾਂਗੇ? ਉਹ 'ਚ ਫਿਰ ਮੁਸ਼ਕਲਾਂ ਦਾ ਸਾਹਮਣਾ, ਕਿਉਂਕਿ ਜਿੱਦਾਂ ਹੈਲਥ ਵਾਸਤੇ ਸਾਨੂੰ ਪ੍ਰੋਪਰ ਕਹ ਲਓ ਵੀ ਡਾਕਟਰ ਕੁਆਲੀਫਾਈਡ ਤੇ ਮੈਡੀਸਨ ਪ੍ਰੋਪਰ ਜਿਹੜੀ ਹੈ, ਤੇ ਨਾਲ ਉਹਨਾਂ ਦੇ ਸਾਈਕੋਲੋਜਿਸਟ ਜਿਹੜੇ ਹੈਗੇ ਆ, ਤੇ ਉਹਨਾਂ ਦੇ ਸਪੈਸ਼ਲ ਐਜੂਕੇਟਰ ਦੇ ਟੀਚਰ, ਉਹਨਾਂ ਦੀ ਹੈਲਥ ਦੇ ਲਈ ਬਹੁਤ ਜ਼ਰੂਰੀ ਹੈ ਇੰਪਰੂਵਮੈਂਟ ਦੇ ਲਈ। ਉੱਥੇ ਲੰਗਰ ਦੀ ਵੀ ਬਹੁਤ ਵੱਡੀ ਸਰੀਰ ਨੂੰ ਜਿਹੜਾ ਹੈਗਾ ਬਹੁਤ ਵੱਡੀ ਲੋੜ ਹੈਗੀ ਹੈ। ਉੱਥੋਂ ਤਾਂ ਸਰਵਾਈਵ ਹੀ ਨਹੀਂ ਕਰ ਸਕਦੇ ਤੇ ਇਸ ਕਰਕੇ ਫਿਰ ਇਹ ਲੰਗਰ ਜਿਹੜਾ ਹੈ ਸਾਰਾ ਲੰਗਰ ਹਾਲ ਇਹਨਾਂ ਦੇ ਲਈ, ਤਾਂ ਕਿ ਇਹਨਾਂ ਦੀ ਜਿਹੜੀ ਵੱਡੀ ਮੇਨ ਲੋੜ ਹੈਗੀ ਹੈ ਲੰਗਰ ਦੀ, ਉਹਦੇ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਉਹਦੇ ਵਿੱਚ ਉਹ ਹੱਲ ਹੋ ਸਕੇ। ਦਰਸ਼ਕੋ, ਮੈਂ ਮਾਫ ਕਰਨਾ ਭਾਈ ਸਾਹਿਬ, ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ, ਕੈਮਰਾ ਸਹਿਯੋਗੀ ਨੂੰ, ਇੱਕ ਵਾਰ ਦਿਖਾ ਦੇਣ ਕਿ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਜਦੋਂ ਤੁਸੀਂ ਵੀ ਇੱਥੇ ਆਓਗੇ, ਇਹ ਸਾਡੇ ਜਿਹੜੇ ਪ੍ਰਾਣੀ ਨੇ, ਸਾਡੇ ਜਿਹੜੇ ਇਹ ਪਰਿਵਾਰਕ ਮੈਂਬਰ ਨੇ, ਉਹਨਾਂ ਦੇ ਫੂਡ ਦੀ ਜਿਹੜੀ ਜ਼ਰੂਰਤ ਪੂਰੀ ਕਰਨ ਦੇ ਲਈ ਗੁਰੂ ਨਾਨਕ ਪਾਤਸ਼ਾਹ ਦਾ ਉਹ 20 ਰੁਪਏ ਦਾ ਲੰਗਰ ਚੱਲਦਾ ਹੀ ਰਹਿਣਾ ਤੇ ਚੱਲਦਾ ਰਹੇਗਾ ਜਦੋਂ ਤੱਕ ਕੌਮ ਹੈ, ਦੁਨੀਆ ਹੈ। ਇਹ ਲੰਗਰ ਹਾਲ ਹੋਏਗਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਨਵੀਂ ਬਿਲਡਿੰਗ ਦੇ ਵਿੱਚ। ਜਦੋਂ ਤੁਸੀਂ ਕਿਤੇ ਆਓਗੇ, ਵਿਜ਼ਿਟ ਕਰੋਗੇ, ਤਾਂ ਇੱਥੇ ਅਸੀਂ ਪ੍ਰਸ਼ਾਦਾ ਪਾਣੀ ਜਿਹੜੇ ਸਾਡੇ ਸੰਗਤ ਹੈ ਜਿਹੜੀ ਉਹ ਛਕਿਆ ਕਰੇਗੀ। ਸਾਡੇ ਜਿਹੜੇ ਇਹ ਪੁਰਾਣੀ ਨੇ, ਇਹ ਜੀਵ ਨੇ। ਅੱਗੇ ਹੋਰ ਜਾਣਕਾਰੀ ਲੈਂਦੇ ਹਾਂ ਕਿ ਕੀ ਬਣ ਰਿਹਾ, ਕਿਵੇਂ ਬਣ ਰਿਹਾ। ਇੱਕ ਇਹ ਨਾ ਗੱਲ ਮੈਂ ਬੜੀ ਮਹੱਤਵਪੂਰਨ ਤੁਹਾਨੂੰ ਦੱਸ ਦਿੰਦਾ ਦਰਸ਼ਕੋ, ਇਹ ਐਵੇਂ ਨਹੀਂ ਹੁੰਦਾ ਵੀ ਕਮਰੇ ਛੱਤ ਲਓ, ਉੱਥੇ ਪੁਰਾਣੀ ਜੀ ਲਿਆ ਕੇ ਬਿਠਾ ਦਿਓ। ਆਮ ਬੰਦਾ ਗਰਮੀ ਵੀ ਚੱਲ ਲਊਗਾ, ਆਮ ਬੰਦਾ ਮੇਰੇ ਵਰਗਾ ਜਿਹੜਾ ਸਿਹਤਮੰਦ ਹੈ ਉਹ ਸਰਦੀ ਵੀ ਚੱਲ ਲਊਗਾ, ਜਿਹੜਾ ਮਾਨਸਿਕ ਤੌਰ ਦੇ ਉੱਤੇ ਠੀਕ ਹੈ। ਪਰੰਤੂ ਇਹ ਜਿਹੜੇ ਖਾਸ ਪ੍ਰਾਣੀ ਨੇ, ਖਾਸ ਪਰਿਵਾਰਕ ਮੈਂਬਰ ਨੇ, ਇਹਨਾਂ ਲਈ ਬਹੁਤ ਕੁਝ ਸੋਚਣਾ, ਸਮਝਣਾ, ਡਿਜ਼ਾਈਨ ਕਰਨਾ, ਧਿਆਨ ਰੱਖਣਾ ਪੈਂਦਾ ਤਾਂ ਕਿ ਇਹਨਾਂ ਦਾ ਜੀਵਨ ਜਿਹੜਾ ਉਹ ਬਿਹਤਰ ਹੋ ਸਕੇ। ਆਓ ਭਾਈ ਸਾਹਿਬ, ਅੱਗੇ ਆਪਾਂ ਨੂੰ ਦੱਸਦੇ ਵੀ ਜਾਓ ਕਿ ਹਾਂਜੀ ਬਿਲਡਿੰਗ ਦੇ ਵਿੱਚ ਕੀ ਕੁਝ ਮਤਲਬ ਪਿੱਛੇ ਜਿੱਥੇ ਆਪਾਂ ਹੁਣ ਜਾ ਰਹੇ ਹਾਂ, ਇੱਥੇ ਲੰਗਰ ਤਿਆਰ ਹੋਏਗਾ ਜੀ। ਉਹ ਕਿਵੇਂ ਤਿਆਰ ਹੋਏਗਾ ਆਪਾਂ ਇੱਕ ਵਾਰ ਝਾਤੀ ਉਹ ਸਾਡੀ ਰਸੋਈ ਮਾਰ ਲੈਂਦੇ ਆ। ਹਾਂਜੀ, ਕਿਵੇਂ ਗੱਲ ਸਹੀ ਕਹੀ ਭਾਈ ਸਾਹਿਬ ਕਿ ਇਹਨਾਂ ਦੇ ਲਈ ਤਾਂ ਬਿਲਡਿੰਗ ਵੀ ਖਾਸ ਤੌਰ ਤੇ, ਬਿਲਡਿੰਗ ਵੀ ਖਾਸ ਤੌਰ ਤੇ। ਕਿਉਂ ਨਹੀਂ ਬਿਲਡਿੰਗ ਖਾਸ ਤੌਰ ਤੇ? ਜਿਵੇਂ ਆਪਾਂ ਗੱਲ ਕਰਦੇ ਹਾਂ ਵੀ ਗੱਲ ਐਜੂਕੇਸ਼ਨ ਵੀ ਸਪੈਸ਼ਲ ਢੰਗ ਨਾਲ ਐਜੂਕੇਸ਼ਨ ਦੀ ਲੋੜ ਹੁੰਦੀ ਹੈ। ਤੇ ਜਿਸ ਵੇਲੇ ਆਪਾਂ ਗੱਲ ਕਰਦੇ ਹਾਂ ਡਿਪਰੈਸ਼ਨ 'ਚ ਨਾਗਰਿਕ ਚਲਾ ਗਿਆ, ਉਹਨੂੰ ਇਨਵਾਇਰਮੈਂਟ ਵੀ ਇੱਕ ਬਹੁਤ ਸਪੋਰਟਿੰਗ ਇਨਵਾਇਰਮੈਂਟ ਚਾਹੀਦਾ ਹੁੰਦਾ ਹੈ। ਤੇ ਬਿਲਡਿੰਗ ਜਿਹੜੀ ਹੈਗੀ ਉਹ ਵੀ ਉਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਉਹ ਲਾਈਕ ਉਹਨਾਂ ਦਾ ਕੋਈ ਵੀ ਮਤਲਬ ਜਿਵੇਂ ਕਹਿ ਲਓ ਕਈ ਵਾਰ ਡਿਸਟਰਬ ਹੋ ਜਾਂਦੇ ਆ, ਆਪਣਾ ਨੁਕਸਾਨ ਨਾ ਕਰ ਸਕਣ। ਤੇ ਉਹ ਸਾਰੀ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ, ਇਹ ਬੜਾ ਮਹੱਤਵਪੂਰਨ ਪੱਖ ਹੈ ਕਿਉਂਕਿ ਸਟੇਬਲ ਨਹੀਂ ਹੈਗੇ ਨਾ, ਉਹ ਕੁਝ ਵੀ ਕਰ ਸਕਦੇ ਨੇ ਕਦੇ ਵੀ ਜੀ ਨੈਚੁਰਲੀ। ਤੇ ਕੋਈ ਸਮਾਨ ਵੀ ਉਹਨਾਂ ਦੇ ਕੋਲ ਉਦਾਂ ਦਾ ਨਹੀਂ ਹੋਣਾ ਚਾਹੀਦਾ ਬਿਲਡਿੰਗ ਦੇ ਵਿੱਚ ਕਿਤੇ ਲੱਗਿਆ ਜਿਸ ਦੇ ਨਾਲ ਉਹ ਆਪਣਾ ਜਾਂ ਕਿਸੇ ਦਾ ਨੁਕਸਾਨ ਕਰ ਸਕਣ। ਕਿਉਂਕਿ ਡਿਪਰੈਸ਼ਨ ਚੀਜ਼ ਹੀ ਕੈਸੀ ਹੁੰਦੀ ਹੈ। ਇਹ ਹੈਗਾ ਜੀ ਜਿੱਥੇ ਲੰਗਰ, ਸਾਰਾ ਲੰਗਰ ਵਾਸਤੇ ਹੀ ਹੈ। ਉਧਰ ਸਮਾਨ ਇੱਕਦਮ ਆਉਣਾ, ਸਬਜ਼ੀਆਂ ਜੋ ਕੁਝ ਵੀ ਹੈ ਉਹ ਕੋਲਡ ਸਟੋਰ ਹੈ। ਅੱਛਾ, ਇਹ ਕੋਲਡ ਸਟੋਰ ਵੀ ਅਸੀਂ ਬਣਾ ਰਹੇ ਹਾਂ। ਨੈਚੁਰਲੀ ਜੋ ਸਮਾਨ ਸੰਭਾਲਣਾ, ਸਾਰੀ ਸਬਜ਼ੀ ਜਦੋਂ ਲੈ ਕੇ ਆਉਣੀ ਸ਼ਾਮ ਨੂੰ, ਰਾਤ ਨੂੰ ਧੋਣ, ਗਰਮੀ ਕਿੰਨੀ ਹੋ ਜਾਂਦੀ ਹੈ, ਕਈ ਵਾਰ ਕੋਈ ਵੀ ਚੀਜ਼ ਸੰਭਾਲਣ ਦੀ ਲੋੜ ਤਾਂ ਪੈਂਦੀ ਹੋਵੇ। ਬਿਲਕੁਲ। ਤੇ ਇਸ ਕਰਕੇ ਫਿਰ ਇਹ ਸਾਰਾ ਜਿੱਥੇ ਕੱਲ੍ਹ ਵੀ ਸਬਜ਼ੀਆਂ ਚੀਰ ਹੋਣੀਆਂ,
ਇਸ ਏਰੀਆ ਦੇ ਇਹ ਵਿੱਚ ਪੂਰਾ ਆਧੁਨਿਕ ਹੈ। ਪਿਆਰੇ ਦਰਸ਼ਕੋ ਦੱਸਦੇ ਹਾਂ ਤੁਹਾਨੂੰ, ਨੀਚੇ ਜਿਹੜੇ ਬਲੌਕਸ ਲੱਗੇ ਨੇ ਤੇ ਬਕਾਇਦਾ ਪੱਥਰ ਦਾ ਬਲੌਕ ਲੱਗਿਆ, ਬਹੁਤ ਆਧੁਨਿਕ ਤਰੀਕੇ ਨਾਲ ਚੀਜ਼ ਬਣਾਈ ਜਾ ਰਹੀ ਹੈ। ਸਾਈਡ ਟਾਈਲਾਂ ਲੱਗੀਆਂ ਨੇ ਤਾਂ ਕਿ ਵਾਰ-ਵਾਰ ਰੰਗ ਰੋਗਣ ਦੀ ਜ਼ਰੂਰਤ ਨਾ ਪਵੇ, ਕਿਉਂਕਿ ਲੰਗਰ ਹਾਲ ਹੈ, ਲੰਗਰ ਤਿਆਰ ਹੋਣਾ, ਛਿੱਟੇ ਪੈਣੇ ਨੇ। ਤਕਨੀਕੀ ਤੌਰ ਦੇ ਉੱਤੇ ਦੱਸ ਦਿੰਦਾ ਤੁਹਾਨੂੰ ਮੈਂ, ਕਿਉਂਕਿ ਇਹਦੇ ਉੱਤੇ ਘਿਓ ਵੀ ਆਉਣਾ ਤੇ ਹੋਰ ਤੜਕੇ ਮਸਾਲੇ ਵੀ ਆਉਣੇ ਆ। ਕੱਪੜਾ ਮਾਰੀਏ, ਵਾਸ਼ਿੰਗ ਕਰੀਏ ਤੇ ਉਹ ਸਾਫ਼ ਹੋ ਜਾਵੇ। ਜੀ ਭਾਈ ਸਾਹਿਬ, ਇਹ ਸਾਰੀਆਂ ਇਹਨਾਂ ਵਿੱਚ ਸਬਜ਼ੀਆਂ ਬਣਨੀਆਂ ਅਲੱਗ-ਅਲੱਗ, ਕਿਸੇ ਦੇ ਵਿੱਚ ਕੋਈ ਸਬਜ਼ੀ ਬਣਨੀ ਹੈ, ਕਿਸੇ ਦੇ ਵਿੱਚ ਦਾਲ ਬਣਨੀ ਹੈ, ਕਿਸੇ ਦੇ ਵਿੱਚ ਖੀਰ ਬਣਨੀ ਹੈ। ਇਹ ਸਾਰੀਆਂ ਚੀਜ਼ਾਂ ਤਾਂ ਕਿ ਜਿਹੜਾ ਸਾਨੂੰ ਥੋੜੀ ਦੇਰ ਬਾਅਦ ਮਤਲਬ ਅਸੀਂ ਜੋ ਲੈ ਕੇ ਆਉਂਦੇ ਸੀ ਕੰਟੇਨਰ, ਉਹਨਾਂ ਦੇ ਗਏ, ਉਹਨਾਂ ਦੇ ਨਾ ਜਦੋਂ ਤਿੰਨੇ ਟਾਈਮ ਉਹਨਾਂ ਨੇ ਅੱਗ ਦੇ ਉੱਤੇ ਚੜੇ ਰਹਿਣਾ, ਫਿਰ ਜਿਹੜੇ ਥੱਲੇ ਸੀ ਬੜੀ ਜਲਦੀ ਖਰਾਬ ਹੁੰਦੇ ਸੀ, ਕੁਆਲਿਟੀ ਜਿਹੜੀ ਸੀ ਸਬਜ਼ੀ ਦੀ ਘਟਦੀ ਸੀ। ਤੇ ਇਸ ਕਰਕੇ ਇਹ ਚੀਜ਼ਾਂ ਹੁਣ ਸਾਰੀਆਂ ਪਿੱਛੋਂ ਮਤਲਬ ਸਟੀਮ ਆਏਗੀ ਤੇ ਸਟੀਮ ਦੇ ਨਾਲ ਮਤਲਬ ਇਹ ਬੜੀ ਜਲਦੀ ਲੰਗਰ ਜਿਹੜਾ ਹੈਗਾ ਉਹਨਾਂ ਨੂੰ ਬੜੀ ਕੁਆਲਿਟੀ ਆਧੁਨਿਕ ਤਕਨੀਕ ਹੈ। ਕੁਆਲਿਟੀ ਜਿਹੜਾ ਕਿੰਨਾ ਮਤਲਬ ਸਾਰਾ ਕੁਝ ਜਗ੍ਹਾ ਤੇ ਜਿਸ ਤਰ੍ਹਾਂ ਬਾਹਰ ਕਹਿ ਲਓ ਵੀ ਜਿਹਨੇ ਸਟੀਮ ਬਣਾਉਣੀ ਹੈਗੀ ਹੈ, ਅੱਗ ਵਾਲਾ ਸਿਸਟਮ ਹੀ ਖਤਮ ਕਰਤਾ ਆਪਾਂ ਹੈ ਜੀ। ਮਤਲਬ ਡਾਇਰੈਕਟ ਅੱਗ ਤੇ ਨਹੀਂ, ਬਿਲਕੁਲ ਸਟੀਮ ਦੇ ਉੱਤੇ ਬਣੇਗੀ। ਪ੍ਰਸ਼ਾਦਾ ਤਿਆਰ ਹੋਇਆ ਜੀ ਤੇ ਉਧਰੋਂ ਘੁਮਾਇਆ ਹੈਂਡਲ ਤੁਸੀਂ ਤੇ ਉਹ ਆਪਣੇ ਦੇਗੇ ਦੇ ਵਿੱਚ। ਬਿਲਕੁਲ, ਜਿਹਨੂੰ ਅਸੀਂ ਕਹਿੰਦੇ ਆ ਵੀ ਤੁਸੀਂ ਕੋਈ ਤੜਕਾ ਲਗਾਉਣਾ ਹੈਗਾ, ਉਹਦੇ ਲਈ ਇਹ ਮਸ਼ੀਨ ਹੈਗੀ ਹੈ ਜੀ। ਜੇ ਕਿਤੇ ਚਾਹ ਪਾਣੀ ਜੋ ਕੁਝ ਵੀ ਬਣਾਉਣਾ, ਕੋਈ ਗਰਮ ਜਲ ਬਣਾਉਣਾ, ਕੋਈ ਚਾਹ ਬਣਾਉਣੀ ਹੈ, ਉਹਦੇ ਲਈ ਇਹ ਮਸ਼ੀਨ ਹੈਗੀ ਹੈ। ਇੱਕ ਫਿਰ ਅਸੀਂ ਤੜਕੇ ਲਈ ਤਿਆਰ ਹੋਣ ਵਾਲੀ ਚੀਜ਼ ਹੈ ਨਾ ਜੀ। ਇੱਥੇ ਮਤਲਬ ਕਿਉਂਕਿ ਗੋਲ ਰੱਖਿਆ ਗਿਆ ਉਹ ਇਸੇ ਕਰਕੇ ਕਿ ਇਹਦੇ ਵਿੱਚ ਖੁਰਚਣਾ ਤੇ ਉਹ ਚੱਲਦੇ ਰਹੇ। ਇਹ ਸਾਨੂੰ ਨਾ ਜਿਸ ਤਰ੍ਹਾਂ ਕੋਵਿਡ ਦੇ ਵਿੱਚ ਬੜਾ ਮਹਿਸੂਸ ਹੋਇਆ, ਰਾਤ ਨੂੰ ਫੋਨ ਆ ਜਾਣਾ ਕਿ ਇੰਨੇ ਨਾਗਰਿਕ ਬਾਹਰ ਜਿਹੜੇ ਸੇਵਾ ਕਰ ਰਹੇ ਹੈਗੇ ਵੀ ਉਹਨਾਂ ਕੋਲ ਲੰਗਰ ਦੀ ਤੁਰੰਤ ਲੋੜ ਹੈਗੀ, ਰਾਤਾਂ ਨੂੰ ਫੋਨ ਆ ਜਾਣੇ ਜੀ। ਇਸ ਮਸ਼ੀਨ ਜਿਹੜਾ ਇਹ ਅਸੀਂ ਹੈਗਾ, ਇਸ ਦੇ ਵਿੱਚ ਇੱਕ ਮੋਟਰ ਨੀਚੇ ਲਗਵਾਈ ਕਿ ਸਾਨੂੰ ਕਈ ਵਾਰ ਮੈਨ ਪਾਵਰ ਜੇ ਰਾਤ ਨੂੰ ਘੱਟ ਹੋਵੇ ਤਾਂ ਇਹਦੇ ਵਿੱਚ ਖੁਰਚਣਾ ਮਾਰਨ ਦੀ ਵੀ ਲੋੜ ਨਹੀਂ ਹੈਗੀ। ਚਲੋ, ਤੇ ਇਹਦੇ ਵਿੱਚ ਫਟਾਫਟ ਬੰਦੇ ਜੇਕਰ ਹੈਗੇ ਆ ਤਾਂ ਸਾਰੇ ਪਾਸੇ ਲੱਗੇ ਹੋਏ ਆ ਤੇ ਆਪਣੇ ਆਪ ਹੀ ਫਿਰ ਇਹ ਆਪਣਾ ਕੰਮ ਕਰਦੀ ਰਹੇਗੀ ਤੇ ਬੜੀ ਜਲਦੀ ਸਾਨੂੰ ਜਿਹੜੀ ਹੈ ਇਹਦੇ ਵਿੱਚੋਂ ਜੋ ਵੀ ਅਸੀਂ ਬਣਾਉਂਦੇ ਆ ਸਬਜ਼ੀ ਦਾਲ ਖੀਰ ਜੋ ਵੀ ਬਣਾਉਣੀ ਹੈ ਬੜੀ ਜਲਦੀ ਮਿਲ ਜੇਗੀ। ਇਹ ਸਾਰੀ ਇਹ ਸਟੀਮ ਪਾਈਪਲਾਈਨ ਹੈ ਜੀ। ਮੈਂ ਤੁਹਾਨੂੰ ਦੱਸ ਦਿੰਦਾ ਕਿ ਵਿਦੇਸ਼ਾਂ 'ਚ ਬੈਠਿਆਂ ਨੂੰ ਤਾਂ ਬਹੁਤ ਪਤਾ ਹੈ, ਸਾਡੇ ਗੁਰੂ ਘਰਾਂ ਦੇ ਵਿੱਚ ਵੀ ਇਹ ਸਾਰੀਆਂ ਚੀਜ਼ਾਂ ਆ ਚੁੱਕੀਆਂ, ਪਰ ਇੱਦਾਂ ਦੀ ਸੰਸਥਾ ਦੇ ਵਿੱਚ ਜਿੱਥੇ ਸਾਡੇ ਉਹ ਖਾਸ ਨਾਗਰਿਕ ਰਹਿੰਦੇ ਆ ਉਹਨਾਂ ਲਈ ਇਹ ਆਧੁਨਿਕ ਸੁਵਿਧਾ ਹੋਣੀ। ਇਹਦੇ ਵਿੱਚ ਇਹ ਸਟੀਮ ਪਾਈਪਲਾਈਨ ਹੈ ਜੀ, ਇਹਦੇ ਵਿੱਚ ਸਟੀਮ ਆਉਣੀ ਹੈ, ਇਹ ਵਾਲ ਤੁਹਾਡਾ ਘੁੰਮੂਗਾ, ਕਿੰਨੀ ਕੁ ਚਾਹੀਦੀ ਹੈ ਅੱਗੇ ਉਹ ਫਿਰ ਉਸ ਨੂੰ ਲੈਵਲ ਕੀਤਾ ਜਾਏਗਾ, ਉਸ ਦੇ ਹਿਸਾਬ ਨਾਲ ਭਾਫ਼ ਜਿਹੜੀ ਹੈ ਗਰਮ ਭਾਫ਼ ਉਹ ਜਾਏਗੀ ਤੇ ਉਸ ਦੇ ਨਾਲ ਜਿਹੜਾ ਪ੍ਰਸ਼ਾਦਾ ਪਾਣੀ ਜਿਹੜਾ ਲੰਗਰ ਹੈ ਉਹ ਸਾਡਾ ਤਿਆਰ ਹੁੰਦਾ ਰਹੇਗਾ। ਮਤਲਬ ਇਹ ਆਧੁਨਿਕਤਾ ਦੀ ਬੜੀ ਖੁਸ਼ੀ ਨਾਲ ਮੈਂ ਸਾਂਝੀ ਕਰ ਰਿਹਾ। ਹਾਲਾਂਕਿ ਇੱਥੇ ਮੈਂ ਜਦੋਂ ਵੀ ਆਇਆ ਮਨ ਮੇਰਾ ਹਮੇਸ਼ਾ ਉਦਾਸ ਹੁੰਦਾ, ਪਰ ਇਹ ਦੇਖ ਕੇ ਮੈਨੂੰ ਖੁਸ਼ੀ ਹੋਈ ਕਿ ਸਾਡੀ ਜਿਹੜੀ ਨਵੀਂ ਉਸਾਰੀ ਅਧੀਨ ਬਿਲਡਿੰਗ ਹੈ ਇਹਨਾਂ ਜੀਆਂ ਦੇ ਲਈ, ਉਹ 'ਚ ਅਸੀਂ ਕਈ ਕਦਮ ਅੱਗੇ ਵੱਧ ਕੇ ਆਧੁਨਿਕਤਾ ਨੂੰ ਉਸ ਦਾ ਪੱਲਾ ਫੜਿਆ ਤਾਂ ਕਿ ਇਹ ਨਾਗਰਿਕ ਸਾਡੇ ਜਿਹੜੇ ਆ ਖੁਸ਼ ਰਹਿ ਸਕਣ। ਇਹਨਾਂ ਦੀ ਖੁਸ਼ੀ ਦੇ ਵਿੱਚ ਹੀ ਸਮਾਜ ਦੀ ਖੁਸ਼ੀ ਹੈ। ਮਿਲਦੇ ਹਾਂ ਇੱਕ ਬ੍ਰੇਕ ਦੇ ਅਗਲੇ ਰਿਪੋਰਟ। ਬ੍ਰੇਕ ਦੇ ਇਸ ਪਾਰ ਤੁਹਾਡਾ ਮੁੜ ਸਵਾਗਤ ਹੈ। ਪ੍ਰੋਗਰਾਮ ਸਮਾਜ ਸੇਵਾ ਤੇ ਸੰਵਿਧਾਨ ਔਰ ਪ੍ਰਭ ਆਸਰਾ ਸੰਸਥਾ ਦੇ ਵਿੱਚ ਪਹੁੰਚੇ ਹੋਏ ਹਾਂ। ਭਾਈ ਸਾਹਿਬ, ਹੁਣ ਜਦੋਂ ਆਪਾਂ ਜਾਣਕਾਰੀ ਲੈਣ ਹੀ ਲੱਗੇ ਹਾਂ, ਰਸੋਈ ਦੀ ਵੀ ਲੈ ਰਹੇ ਹਾਂ, ਸਾਰੀ ਇਮਾਰਤ ਕਿਵੇਂ ਬਣੂਗੀ ਉਹਦੀ ਵੀ ਲੈ ਰਹੇ ਹਾਂ, ਇਹਦੇ ਬਾਰੇ ਵੀ ਚਾਨਣਾ ਪਾਓ ਕਿ ਇਹ ਅਸੀਂ ਉਦੋਂ ਦੇਖੇ ਸੀ ਬਹੁਤੇ ਤਾਂ ਜੀ ਜਦੋਂ ਕੋਵਿਡ ਕਾਲ ਸੀਗਾ, ਜਦੋਂ ਆਕਸੀਜਨ ਦੀ ਮਸ਼ੀਨਾਂ ਦੀ ਗੱਲ ਚੱਲਦੀ ਸੀ ਤਾਂ ਉਦੋਂ ਇਦਾਂ ਦੇ ਦੇਖੇ ਸੀ। ਇਹ ਕੀ ਹੈ? ਨੈਚੁਰਲੀ ਇਹ ਸਾਡਾ ਘਰ ਹੈ ਜਿਹਦੇ ਵਿੱਚ ਅਸੀਂ ਕੁਆਲਿਟੀ ਜਿੱਥੇ ਟ੍ਰੀਟਮੈਂਟ ਦੇਣ ਦੇ ਲਈ ਐਮਰਜੈਂਸੀ ਆਪਣੇ ਹਸਪੀਟਲ ਦੇ ਸਪੈਸ਼ਲ ਡਾਕਟਰ ਜਿਨ੍ਹਾਂ ਵਿੱਚ ਹੈ ਜੀ ਬਿਲਕੁਲ ਸੈਕਟਰੀ ਦੇ ਨਾਲ ਨਿਊਰੋ ਸਰਜਨ ਵਗੈਰਾ ਹੈ ਨਾ ਜਿਹੜੇ ਸਾਡੇ ਹੋਰ ਸਤਿਕਾਰਯੋਗ ਡਾਕਟਰ ਹੈ, ਉਹ ਵੀ ਤਾਂ ਕਿ ਹੈਲਥ ਇੰਪਰੂਵ ਹੋ ਸਕੇ ਤੇ ਉਹਦੇ ਵਿੱਚ ਕੁਆਲਿਟੀ ਫੂਡ ਦਾ ਬਹੁਤ ਵੱਡਾ ਰੋਲ ਹੈ ਜੀ, ਵੀ ਕੁਆਲਿਟੀ ਫੂਡ ਇਹਨਾਂ ਨੂੰ ਮਿਲ ਸਕੇ ਤੇ ਉਹਦੇ ਵਿੱਚ ਫਿਰ ਇਹਨਾਂ ਨੇ ਇੱਥੋਂ ਸਟੀਮ ਬਣਨੀ ਹੈ ਜੀ। ਤੇ ਇਹ ਲਾਈਕ ਲੱਕੜ ਦੇ ਜਿਹੜੇ ਗੁਟਕੇ ਇਹਦੇ ਵਿੱਚ ਕੁਝ ਪੈਣੇ ਆ, ਇਹਦੇ ਨਾਲ ਥੋੜੀ ਜਿਹੀ ਮਤਲਬ ਲੱਕੜ ਪਾਉਣ ਦੇ ਨਾਲ ਸਾਨੂੰ ਕਾਫੀ ਜ਼ਿਆਦਾ ਜਿਹੜਾ ਹੈਗਾ ਕਹਿੰਦਾ ਵੀ ਸਾਡੀਆਂ ਸਬਜ਼ੀਆਂ, ਸਾਡੀਆਂ ਜੋ ਵੀ ਦਾਲਾਂ, ਜੋ ਕੁਝ ਵੀ ਖੀਰਾਂ ਬਣਨੀਆਂ, ਜੋ ਕੁਝ ਵੀ ਇਹਦਾ ਮਤਲਬ ਇਹ ਨੇਚਰ ਫ੍ਰੈਂਡਲੀ ਵੀ ਅਸੀਂ ਕੁਦਰਤ ਦੀ ਹੈਲਪ ਕਰ ਰਹੇ ਹਾਂ ਕਿ ਲੱਕੜ ਅਸੀਂ ਘੱਟ ਵਰਤ ਰਹੇ ਹਾਂ। ਬਹੁਤ ਘੱਟ ਲੱਕੜ ਤੇ ਬੜਾ ਕੁਆਲਿਟੀ ਦਾ ਫੂਡ ਜਿਹੜਾ ਸਾਨੂੰ ਇਹਦੇ ਨਾਲ ਮਿਲੇਗਾ। ਸਟੀਮਰ ਹੈ ਮੇਨ ਮੁੱਖ ਤੌਰ ਤੇ ਕਹਿ ਸਕਦੇ ਜਿੱਥੋਂ ਤੋਂ ਸਟੀਮ ਬਣਨੀ ਹੈਗੀ ਹੈ ਤੇ ਅੰਦਰ ਜਾ ਕੇ ਫਿਰ ਸਾਰਾ ਕੁਝ ਬੜੀ ਜਲਦੀ ਜਿਹੜਾ ਬਹੁਤ ਥੋੜੇ ਸਮੇਂ ਦੇ ਵਿੱਚ, ਜਿਵੇਂ ਆਪਾਂ ਗੱਲ ਕਰਦੇ ਸੀ ਨਾ ਵੀ ਕਾਫੀ ਇੱਕ ਵਾਰ ਕੋਵਿਡ ਦੇ ਵਿੱਚ ਸਾਨੂੰ ਇਹ ਮਹਿਸੂਸ ਹੋਇਆ ਵੀ ਅੱਛਾ ਸਮਾਜ ਦੇ ਵਿੱਚ ਕਿਸੇ ਵੇਲੇ ਵੀ ਕੋਈ ਵੀ ਹਾਲਾਤ ਬਣ ਜਾਂਦੇ ਬਿਲਕੁਲ, ਕਦੇ ਵੀ ਕੋਈ ਐਮਰਜੈਂਸੀ ਵੇਲੇ ਵੀ ਸਾਨੂੰ ਜਿਹੜੀ ਸਾਡੀ ਰੋਟੀਆਂ ਮਸ਼ੀਨ ਹੈ ਚਪਾਤੀ ਬਣਾਉਣ ਦੀ, ਰੋਟੀ ਬਣਾਉਣ ਦੀ, ਉਹਨੇ ਵੀ 1 ਘੰਟੇ 'ਚ 2000 ਫੁਲਕਾ ਤਾਰ ਦੇਣਾ ਤੇ ਉਹ ਜਿੱਥੇ ਇੱਥੇ ਬਹੁਤ ਹੈਲਪਫੁਲ ਹੈਗੀ ਹੈ ਲੋੜ ਪੈਣ ਤੇ ਕਿਸੇ ਵੇਲੇ ਵੀ ਸਾਡਾ ਸਮਾਜ ਸਾਡਾ ਇੱਕ ਪਰਿਵਾਰ ਹੈ ਉਹਦੇ 'ਚ ਕਿਸੇ ਵੇਲੇ ਵੀ ਲੋੜ ਪੈਂਦੀ ਹੈ ਤੇ ਉਹਦੇ ਲਈ ਜਿਵੇਂ ਐਂਬੂਲੈਂਸਾਂ ਤਿਆਰ ਹੁੰਦੀਆਂ, ਇਹ ਚੀਜ਼ਾਂ ਤਿਆਰ ਹੁੰਦੀਆਂ ਜੀ ਤੇ ਉਸ ਦੇ ਲਈ ਅਸੀਂ ਲਗਾਤਾਰ ਇਹ ਯਤਨਸ਼ੀਲ ਹੈ। ਜਿਹੜੀਆਂ ਉੱਪਰ ਹੈਗੀ ਮਸ਼ੀਨ ਚਪਾਤੀ ਲਾਈਕ ਬਣਾਉਣ ਵਾਸਤੇ ਜਿਹਨੇ ਆਟਾ ਗੁੰਨਣਾ ਹੈਗਾ ਉਹ ਉੱਪਰ ਇਸ ਪਾਸੇ ਨਾਲ ਹੀ ਪੌੜੀਆਂ ਹੈਗੀਆਂ, ਉਸ ਦੇ ਨਾਲ ਹੀ ਪਰਲੇ ਪਾਸੇ ਲਿਫਟ ਹੈ,
ਇਹਨਾਂ ਦਾ ਕਨੈਕਸ਼ਨ ਆਪਸ ਦੇ ਵਿੱਚ ਬਣਿਆ ਇਹ ਸਾਰੇ ਜਿਹੜੇ ਇਹ ਸਟੋਰ ਰੂਮ ਦੇ ਪਾਰਟ ਹੀ ਨੇ? ਹਾਂਜੀ, ਹਰ ਚੀਜ਼ ਜਿਹੜੀ ਹੈ ਉਦਾਂ ਡਿਜ਼ਾਈਨ ਕੀਤੀ ਵੀ ਹੈ, ਕਿੱਥੇ ਕੀ ਲੋੜ ਹੈਗੀ ਹੈ, ਜਿਹੜੇ ਦਿਨ ਰਾਤ ਸੇਵਾ ਨਿਭਾਉਣੀ ਹੈ ਇੱਥੇ ਨਾ, ਹਾਂ ਆਰਾਮ ਵੀ ਉਹਨਾਂ ਬੰਦਿਆਂ ਨੇ 10 ਮਿੰਟ ਆਰਾਮ ਕਰਨਾ ਹੋਵੇ ਉਹਨਾਂ ਲਈ। ਤੇ ਇੱਧਰ ਜਿਹੜੀ ਹੈ ਸਟੋਰੇਜ, ਇੱਧਰ ਫਿਰ ਬਰਤਨ ਜਿਹੜੇ ਹੈਗੇ ਐਸ ਏਰੀਆ ਦੇ ਬਰਤਨ, ਉੱਧਰ ਜਿਹੜੇ ਬਰਤਨ ਰੱਖਣ ਦਾ, ਤੇ ਇੱਧਰ ਇੱਕਦਮ ਉਹਨਾਂ ਨੂੰ ਕੋਈ ਸਾਫ਼ ਕਰਨ ਦੀ ਲੋੜ ਹੈ, ਟੂਟੀਆਂ, ਪਾਣੀ ਦਾ ਅਰੇਂਜਮੈਂਟ ਸਾਰਾ ਇੱਧਰ ਇਹਦੇ ਵਿੱਚ ਹੈਗਾ। ਤੇ ਇੱਧਰ ਵੀ ਅਲੱਗ-ਅਲੱਗ, ਜਿਵੇਂ ਚਲੋ ਜੇ ਸਬਜ਼ੀ ਕੱਟਣੀ ਹੈ ਇੱਥੇ ਲੋੜ ਉਹ ਪਏਗੀ, ਪਾਰਟ ਬਣਾਏ ਹੋਏ ਨੇ। ਹਾਂਜੀ ਹਾਂਜੀ, ਇੱਥੇ ਜਿਹੜੀਆਂ ਉੱਪਰ ਮਸ਼ੀਨ ਲੱਗ ਰਹੀ ਹੈਗੀ ਹੈ ਜੀ। ਤੇ ਉਹਦੇ ਵਿੱਚ ਜਿਵੇਂ ਚਲੋ ਵੀ ਆਟਾ ਗੁੰਨਣ ਦੀ ਮਸ਼ੀਨ ਤੇ ਨਾਲ ਹੀ ਫਿਰ ਪ੍ਰਸ਼ਾਦੇ ਬਣਾਉਣ ਦੀ ਮਸ਼ੀਨ, ਇਹ ਉੱਪਰ ਮਤਲਬ ਸ਼ਿਫਟ ਕਰਨੀ ਹੈ ਜੀ। ਓਕੇ, ਤਿਆਰੀ ਚੱਲ ਰਹੀ ਹੈ। ਹਾਂਜੀ, ਮੇਰੇ ਖਿਆਲ 'ਚ ਪਿਆਰੇ ਦਰਸ਼ਕੋ, ਇੱਕ ਤੁਹਾਡੀ ਨਜ਼ਰ ਨਾਲ ਮੈਂ ਇਸ ਬਿਲਡਿੰਗ ਦੀ ਓਵਰਆਲ ਜਿਹੜੀ ਕੰਸਟਰਕਸ਼ਨ ਆ ਉਹ 'ਤੇ ਵੀ ਬਣਾਉਣਾ, ਮਤਲਬ ਟੌਪ ਐਂਗਲ ਤੋਂ, ਕਿਉਂਕਿ ਬੜੀ ਖੁਸ਼ੀ ਨਾਲ ਤੁਹਾਨੂੰ ਦੱਸਦੇ ਹਾਂ ਕਿ ਇਹ ਪ੍ਰੋਗਰਾਮ ਸ਼ਾਇਦ ਤੁਹਾਡੇ ਤੱਕ ਥੋੜੀ ਦੇਰ ਬਾਅਦ ਪਹੁੰਚੇਗਾ। ਉਦੋਂ ਤੱਕ ਇਸ ਦੀ ਜਿਹੜੀ ਛੱਤ ਹੈ ਉਹ ਪੈ ਚੁੱਕੀ ਹੋਵੇਗੀ। ਕਹਿਣ ਦਾ ਭਾਵ ਕਿ ਹੁਣ ਤੋਂ ਕੁਝ ਘੰਟਿਆਂ ਦੇ ਵਕਫੇ ਤੋਂ ਬਾਅਦ ਲੈਂਟਰ ਪੈਣ ਦੀ ਤਿਆਰੀ ਹੈ। ਆਓ ਤੁਹਾਨੂੰ ਛੱਤ ਦੇ ਉੱਤੇ ਲੈ ਕੇ ਜਾਣਾ, ਔਰ ਛੱਤ ਦੇ ਉੱਤੋਂ ਤੁਹਾਨੂੰ ਪ੍ਰਭ ਆਸਰਾ ਦਾ ਪੂਰਾ ਵਿਊ ਜਿਹੜਾ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, ਪੁਰਾਣੀ ਇਮਾਰਤ ਵੀ ਔਰ ਬਣ ਰਹੀ ਸਾਡੀ ਇਹ ਨਵੀਂ ਇਮਾਰਤ ਵੀ। ਆਓ ਭਾਈ ਸਾਹਿਬ ਉਹਨਾਂ ਨਾਲ ਆਪਾਂ ਟੌਪ ਫਲੋਰ ਦੇ ਉੱਤੇ ਚੱਲਦੇ ਹਾਂ। ਦੇਖੋ ਦਰਸ਼ਕੋ, ਇਹ ਵੀ ਬੜੀ ਮਹੱਤਵਪੂਰਨ ਚੀਜ਼ ਹੈ ਕਿ ਆਪਣੇ ਹਾਲ ਦੇ ਵਿੱਚ, ਆਪਣੇ ਕਮਰਿਆਂ ਦੇ ਵਿੱਚੋਂ ਜਦੋਂ ਤੁਸੀਂ ਰਿਲੈਕਸੇਸ਼ਨ ਭਾਲਣੀ ਆ ਤਾਂ ਜਿਵੇਂ ਮਰਜ਼ੀ, ਮਤਲਬ ਜਿਹਨੂੰ ਅਸੀਂ ਲੌਬੀ ਕਹਿ ਦਿੰਦੇ ਆ ਜਾਂ ਉੱਪਰ ਪੋਰਚ ਕਹਿ ਦਿੰਦੇ ਆ, ਦੈਟ ਇਜ਼ ਕਾਈਂਡ ਵਿਊ, ਸਾਰੇ ਪਾਸੇ ਦਾ ਵਿਊ ਹੈ। ਸਾਹਮਣੇ ਗੁਰੂ ਘਰ ਵੀ ਹੈ, ਇਸ ਇਮਾਰਤ 'ਚੋਂ ਦਿਸਦਾ ਹੈ। ਭਾਈ ਸਾਹਿਬ ਵਾਲੀ ਗੱਲ ਕਿ ਕਿਸੇ ਨੇ ਅਖਬਾਰ ਪੜ੍ਹਨਾ ਹੈ, ਰਿਲੈਕਸ ਹੋਣਾ ਹੈ, 10 ਮਿੰਟ ਕਿਤੇ ਆਪਣੇ ਆਪ ਨੂੰ ਅਲੱਗ ਕਰਕੇ ਬੈਠਣਾ। ਇਹ ਬਿਲਡਿੰਗ ਜਿਸ ਤਰ੍ਹਾਂ ਜੀ ਜਿਹੜੀਆਂ ਬੱਚੀਆਂ ਵਾਸਤੇ, ਖਾਸ ਕਰਕੇ ਪ੍ਰੈਗਨੈਂਟ ਲੇਡੀਜ਼ ਐ, ਛੋਟੇ ਬੱਚੇ, ਇਨਫੈਂਟਸ, ਉਹਨਾਂ ਲਈ ਇਹ ਬਿਲਡਿੰਗ ਮਮਤਾ ਦੀ ਫੁਲਵਾੜੀ, ਮਮਤਾ ਦੀ ਫੁਲਵਾੜੀ। ਹਾਂਜੀ, ਔਰ ਇਹ ਬੜਾ ਇੰਪੋਰਟੈਂਟ ਪਾਰਟ ਮਮਤਾ ਦੀ ਫੁਲਵਾੜੀ ਦਾ ਜਿਹੜਾ ਜ਼ਿਕਰ, ਕਿਉਂਕਿ ਇਹ ਜਿਹੜੇ ਸਾਡੀਆਂ ਭੈਣਾਂ ਬੀਬੀਆਂ ਜਿਹੜੀਆਂ ਪ੍ਰੈਗਨੈਂਟ ਨੇ ਜਾਂ ਉਸ ਪੀਰੀਅਡ ਦੇ ਵਿੱਚੋਂ ਗੁਜ਼ਰ ਰਹੀਆਂ ਨੇ, ਇਹ ਖਾਸ ਤੌਰ ਦੇ ਉੱਤੇ ਉਹਨਾਂ ਦੀ ਕੇਅਰ ਟੇਕ ਲਈ ਹੈ, ਜਾਂ ਜਿਹੜੇ ਨਵਜੰਮੇ ਬੱਚੇ ਜਿਹੜੇ ਲੜਕੀਆਂ ਤੇ ਅਲੱਗ-ਅਲੱਗ ਉਹਨਾਂ ਦੇ ਫਿਰ ਇੱਥੇ ਸਟੱਡੀ ਦਾ ਅਲੱਗ-ਅਲੱਗ ਮੰਜ਼ਿਲ ਦੇ ਉੱਤੇ ਅਲੱਗ-ਅਲੱਗ ਤਰ੍ਹਾਂ ਦਾ ਅਰੇਂਜਮੈਂਟ ਹੈਗਾ। ਉਹਨਾਂ ਨੇ ਕਿਵੇਂ ਪੜ੍ਹਨਾ, ਕਿੱਥੇ ਕੰਪਿਊਟਰ ਲੱਗਣੇ, ਕਿੱਥੇ ਉਹਨਾਂ ਦੇ ਐਂਟਰਟੇਨਮੈਂਟ ਹਾਲ ਹੈਗੇ ਆ, ਤੇ ਇਹਨਾਂ 'ਚ ਉਹ ਲਿਫਟ ਵਗੈਰਾ ਸਾਰਾ ਕੁਝ ਉਹ ਅਰੇਂਜਮੈਂਟ ਹੈ ਇਨ ਕੇਸ ਆਫ ਐਮਰਜੈਂਸੀ ਜੀ। ਤਾਂ ਕਿ ਇਹ ਸਾਰਾ ਹੈ ਬੱਚੀਆਂ ਵਾਸਤੇ, ਕਹ ਲਓ ਬੀਬੀਆਂ ਵਾਸਤੇ ਤੇ ਛੋਟੇ ਬੱਚਿਆਂ ਵਾਸਤੇ, ਉਸ ਤਰੀਕੇ ਨਾਲ ਡਿਜ਼ਾਈਨ ਕੀਤਾ। ਤੇ ਅਸੀਂ ਬਜ਼ੁਰਗਾਂ ਲਈ ਹੋਮ ਜਿਹੜਾ ਉਹ ਪਿੱਛੇ ਉਹਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ ਜਗ੍ਹਾ ਐਡ ਕਰਕੇ, ਜਿਵੇਂ ਜਿਵੇਂ ਚਲੋ ਸੰਗਤ ਦਾ ਸਹਿਯੋਗ ਹੁੰਦਾ ਵੀ ਬਜ਼ੁਰਗਾਂ ਨੂੰ ਅਲੱਗ ਕਰਦੀ ਅਸੀਂ, ਕਿਉਂਕਿ ਬਜ਼ੁਰਗਾਂ ਨੂੰ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆ ਰਹੀਆਂ, ਜਿਹੜੇ ਮੇਲ ਬਜ਼ੁਰਗ ਨੇ। ਹਾਂ, ਮੇਲ ਬਜ਼ੁਰਗ ਵੀ, ਫਿਰ ਫੀਮੇਲ ਵੀ ਹੈਗੇ ਹਾਂ, ਕਿਉਂਕਿ ਸੁਭਾਅ ਬਦਲਦੇ ਨੇ ਹਨਾ, ਉਹ ਸਾਰੀਆਂ ਚੀਜ਼ਾਂ ਉਹਨਾਂ ਦੇ ਫਿਰ ਉਹਦੇ ਉੱਤੇ ਵਰਕ ਕਰ ਰਹੇ ਹਾਂ ਇਸ ਵੇਲੇ, ਤੇ ਕੋਸ਼ਿਸ਼ ਕਰ ਰਹੇ ਹਾਂ। ਤੇ ਫਿਰ ਉਹਦੇ ਵਿੱਚ ਕੁਝ ਜਿਨ੍ਹਾਂ ਦੀ ਜ਼ਿਆਦਾ ਬਿਹੇਵੀਅਰ ਪ੍ਰੋਬਲਮ ਹੈ, ਵੀ ਆਪਣਾ ਤੇ ਕਿਸ ਦਾ ਨੁਕਸਾਨ ਕਰ ਸਕਦੇ ਆ, ਉਹਨਾਂ ਲਈ ਇੱਕ ਅਲੱਗ ਜਿਹੜਾ ਵਿੰਗ ਹੈ। ਤੇ ਨਾਲ ਦੀ ਨਾਲ ਫਿਰ ਇੱਕ ਜਿਵੇਂ ਕਹਿ ਲਓ ਵੀ ਮੈਂਟਲ ਹਸਪੀਟਲ ਹੈ, ਉਹਦੀ ਵੀ ਸਾਨੂੰ ਬੜੀ ਜਲਦੀ ਲੋੜ ਪੈ ਰਹੀ ਹੈ। ਇੰਨੇ ਫੋਨ ਆ ਰਹੇ ਹਨ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚੋਂ, ਬਹੁਤ ਜ਼ਿਆਦਾ ਫੋਨ ਆ ਰਹੇ, ਉਹ ਵੀ ਇੱਥੇ ਬਣਾਉਣ ਦੀ ਆਪਾਂ ਹਾਂਜੀ ਉਹਦੇ ਲਈ ਵੀ ਕੋਸ਼ਿਸ਼, ਹਾਂ ਵਿਉਂਤਬੰਦੀ ਸਾਰੀ ਕਰ ਰਹੇ ਹੈਗੇ। ਵੀ ਐਦਾਂ ਲੱਗਦਾ ਵੀ ਪੀਰੀਅਡ ਜਿਹੜਾ ਹੈਗਾ ਲਾਈਫ ਦਾ ਬਹੁਤ ਛੋਟਾ ਹੈ, ਤੇ ਕੰਮ ਜਿਹੜੇ ਹੈਗੇ ਆ ਬਹੁਤ ਵੱਡੇ ਹੈ, ਤੇ ਆਸ ਹੈ ਉਸ ਮਾਲਕ ਦੀ ਕਿਰਪਾ ਨਾਲ, ਹੈ ਨਾ। ਵਾਹਿਗੁਰੂ ਕਰਾਏਗਾ ਜੀ। ਹਾਂਜੀ, ਜਾਂਚ ਆ ਜਾਂਦੀ ਹੈ, ਨਾਗਰਿਕ ਦੀਆਂ ਲੋੜਾਂ ਪੂਰੀਆਂ ਹੋਣ, ਤਾਂ ਕਿ ਜਾਣਾ ਤਾਂ ਹੁਣ ਸਭ ਦੁਨੀਆ ਆਉਣ ਜਾਣੀ ਹੈ, ਆਉਣ ਜਾਣ ਲਈ ਦੁਨੀਆ ਬਣੀ ਹੋਈ ਹੈ, ਪਰ ਕੋਈ ਬੰਦਾ ਜਿਹੜਾ ਉਹ ਲਾਈਕ ਅਖੀਰਲੇ ਸਮੇਂ 'ਚ ਜਾਂ ਲੋੜ ਦੇ ਜਿਸ ਵੇਲੇ ਲੋੜ ਹੈ, ਲੋੜ ਵੇਲੇ 'ਚ ਉਹ ਰੁਲੇ ਨਾ, ਬਸ ਗੱਲ। ਤੇ ਇੰਨੀ ਕੋਸ਼ਿਸ਼ ਜਿਹੜੀ ਹੈ ਵੀ ਸਾਡੇ ਵੱਲੋਂ ਪਰਮਾਤਮਾ ਨੇ ਜੋ ਜਿੰਨੀ ਸਾਨੂੰ ਸਮਰੱਥਾ ਬਖਸ਼ੀ ਹੈ, ਹਿੰਮਤ ਬਖਸ਼ੀ ਹੈ, ਕਰਾਏਗਾ ਜੀ ਵਾਹਿਗੁਰੂ ਹੀ ਕਰਾਉਣੇ ਵਾਲਾ ਆਪੇ ਆ, ਤੇ ਕਰਨ ਵਾਲੀ ਸੰਗਤ ਹੈ ਜੀ, ਕਰਨ ਵਾਲੀ ਸੰਗਤ ਹੈ, ਔਰ ਇਹਨਾਂ ਤੇ ਬਹੁਤ ਮਾਣ ਹੈ। ਸਮਾਜ ਦਾ ਦਰਦ ਰੱਖਣ ਵਾਲੀਆਂ ਸ਼ਖਸੀਅਤਾਂ ਜਿਨ੍ਹਾਂ ਦੇ ਸਹਿਯੋਗ ਨਾਲ ਹੁਣ ਤੱਕ ਇੰਨਾ ਕੁਝ ਹੋਇਆ, ਸਾਨੂੰ ਆਸ ਹੈ ਵੀ ਬਹੁਤ ਕੁਝ ਜਿਹੜਾ ਹੈਗਾ ਲੋੜਵੰਦ ਨਾਗਰਿਕਾਂ ਦੀ ਮਦਦ ਦੇ ਲਈ ਬਹੁਤ ਕੁਝ ਪਰਮਾਤਮਾ ਕਰਵਾਏਗਾ ਤੇ ਹੋਏਗਾ। ਛੱਤ ਦੇ ਉੱਤੇ ਆ ਗਏ ਪਿਆਰੇ ਦਰਸ਼ਕੋ, ਜਿਹੜੀ ਮੈਂ ਤੁਹਾਨੂੰ ਜਿਹੜੀ ਗੱਲ ਪਹਿਲਾਂ ਦੱਸ ਦਿੱਤੀ ਸੀ, ਇਮਾਰਤ ਦਾ ਜਿਹੜਾ ਲੈਂਟਰ ਹੈ ਉਹ ਸਵੇਰੇ ਪੈ ਜਾਣਾ, ਕਾਮੇ ਲੱਗੇ ਹੋਇਆ ਆਪਣਾ ਕੰਮ ਕਰਨ ਦੇ ਲਈ, ਸਰੀਆ ਬੰਨਣ ਦਾ ਜਿਹੜਾ ਇੱਕ ਪ੍ਰੋਸੈਸ ਹੈ ਉਹ ਚੱਲ ਰਿਹਾ। ਇਹ ਬੜਾ ਔਖਾ ਜਿਹਾ ਕੰਮ ਹੈ। ਕਿਹੜੀਆਂ ਜਿਹੜੀਆਂ ਮੁੱਖ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਿਆ ਗਿਆ, ਜਿਵੇਂ ਵਾਰਡ ਬਣਾਉਣੇ ਨੇ, ਵਿੰਗਸ ਬਣਾਉਣੇ ਨੇ, ਦੈਟ ਡਿਫਰੈਂਟ ਚੀਜ਼ ਇੱਕ ਗੱਲ ਹੋ ਗਈ। ਅਸੀਂ ਆਪਣੀ ਕਿਚਨ ਨੂੰ ਬਹੁਤ ਆਧੁਨਿਕ ਕਰ ਲਿਆ,
ਮੈਨੂੰ ਤੁਹਾਡੀ ਉਹ ਗੱਲ ਬੜੀ ਚੰਗੀ ਲੱਗੀ ਕਿ ਸਮਾਜ ਦੇ ਵਿੱਚ ਕਦੇ ਵੀ ਕਿਸੇ ਨੂੰ ਵੀ ਜ਼ਰੂਰਤ ਪੈ ਸਕਦੀ ਹੈ, ਕੋਈ ਵੀ ਬਿਲਕੁਲ ਬਿਲਕੁਲ ਇਹ ਇਕੱਲੀ ਸਾਡੀ ਸੰਸਥਾ ਲਈ ਨਹੀਂ, ਬੂਹੇ ਨਹੀਂ ਸਮਾਜ ਸਾਡਾ ਸਾਰਾ ਸਮਾਜ ਹੀ ਸਾਡਾ ਪਰਿਵਾਰ ਹੈ, ਇਹਦੇ ਵਿੱਚ ਤਾਂ ਕੋਈ ਹੱਦ ਹੈ ਹੀ ਨਹੀਂ ਕੋਈ ਬਣਾਈ ਹੋਈ। ਤੇ ਹੋਰ ਆਪਾਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਇਹਨਾਂ ਦੀਆਂ ਮੁੱਖ ਜ਼ਰੂਰਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤਕਨੀਕੀ ਤੌਰ ਦੇ ਉੱਤੇ ਇਸ ਬਿਲਡਿੰਗ ਨੂੰ ਡਿਜ਼ਾਈਨ ਕਰਨ ਦੇ ਵਿੱਚ? ਇਸ ਦੇ ਵਿੱਚ ਇੱਕ ਇਹ ਹੈ ਵੀ ਜਿਹੜੀਆਂ ਲੇਡੀਜ਼ ਹੈ ਉਹ ਬਿਲਕੁਲ ਉਹਨਾਂ ਦੀਆਂ ਅਲੱਗ-ਅਲੱਗ ਨੀਡਸ ਹੈਗੀਆਂ। ਪਹਿਲੀ ਗੱਲ ਜਿਵੇਂ ਆਪਾਂ ਗੱਲ ਕਰਦੇ ਹੈਗੇ ਆ ਡਿਪਰੈਸ਼ਨ ਜਿਹੜੀ ਹੈਗੀ ਹੈ, ਜਿਹੜਾ ਮਾਨਸਿਕ ਰੋਗ ਉਹ ਬਹੁਤ ਤਰ੍ਹਾਂ ਦੇ ਹੈਗੇ ਆ, ਤੇ ਜਿਹੜੇ ਥੋੜੇ ਮੈਂਟਲੀ ਵੀਕ ਲੇਡੀਜ਼ ਹੈਗੀਆਂ ਉਹਨਾਂ ਦੀਆਂ ਵੀ ਅਲੱਗ-ਅਲੱਗ ਲੋੜਾਂ ਹੈਗੀਆਂ, ਕੰਡੀਸ਼ਨਾਂ ਹੈਗੀਆਂ ਏਜ ਵਾਈਜ਼ ਵੀ, ਹੈ ਨਾ। ਜੇ ਅਡਲਟ ਨੂੰ ਵੀ ਰੱਖਦੇ ਆਪਾਂ ਉਹਦੇ ਵਿੱਚ ਵੀ ਜਿਹੜੇ ਥੋੜੇ ਸੀਨੀਅਰ ਹੈਗੇ ਆ 50 ਸਾਲ 60 ਸਾਲ, ਉਹਨਾਂ ਦੀਆਂ ਫਿਜ਼ੀਕਲ ਪ੍ਰੋਬਲਮ, ਉਹਨਾਂ ਦੀ ਮਾਨਸਿਕ ਅਤੇ ਸਰੀਰਕ ਲੋੜ ਦੇ ਮੁਤਾਬਕ ਉਹਨਾਂ ਨੂੰ ਇੱਥੇ ਅਲੱਗ-ਅਲੱਗ ਹਾਲ ਤੇ ਅਲੱਗ-ਅਲੱਗ ਕਮਰੇ ਤੇ ਉਹਨਾਂ ਨੂੰ ਲੋੜੀਂਦੀ ਸਹੂਲਤ ਜਿਹਦੇ ਨਾਲ ਮਤਲਬ ਉਹਨਾਂ ਦੀ ਅਰਲੀ ਇੰਪਰੂਵਮੈਂਟ ਤੇ ਐਂਟਰਟੇਨਮੈਂਟ ਲਈ ਵੱਡੇ ਵੱਡੇ ਹਾਲ 100 ਫੁੱਟ ਦੇ ਹਾਲ ਵੀ ਜਿਹੜਾ ਵੀ ਲੰਬ, ਜਿਸ ਦੇ ਵਿੱਚ ਮੰਨ ਲਓ ਹੁਣ ਦਿਨ ਦੇ ਵਿੱਚ ਬਾਹਰ ਜਿਹੜਾ ਹੈਗਾ ਬਾਹਰ ਧੁੱਪ ਬਹੁਤ ਹੈ, ਬਰਸਾਤ ਬਹੁਤ ਹੈ, ਤੇ ਉਹਨਾਂ ਨੂੰ ਇਹ ਨਾ ਫੀਲ ਹੋਵੇ ਵੀ ਕਿਤੇ ਅਸੀਂ ਮਤਲਬ ਜਿਵੇਂ ਕਮਰੇ ਦੇ ਵਿੱਚ ਹੀ ਬੰਦ ਹੈ ਨਾ, ਜਿਵੇਂ ਅੱਜ ਕੱਲ੍ਹ ਕਹਿੰਦੇ ਕੋਵਿਡ ਦੇ ਵਿੱਚ ਬੜਾ ਮੈਂਟਲ ਹੈਲਥ ਤੇ ਇਫੈਕਟ ਹੋਇਆ, ਉਹ ਹਾਲ ਹੀ ਇਦਾਂ ਦੇ ਬਣਾ ਦੇ ਜੀ, ਇਦਾਂ ਲੱਗਦਾ ਵੀ ਅਸੀਂ ਗਰਾਊਂਡ ਦੇ ਵਿੱਚ ਘੁੰਮ ਰਹੇ ਹਾਂ, ਜਿਵੇਂ ਮਰਜ਼ੀ ਖੁੱਲੇ ਇੱਕ ਦੂਜੇ ਨਾਲ ਗੱਲਾਂ ਬਾਤਾਂ, ਜਿਵੇਂ ਉਹਦੇ ਵਿੱਚ ਬਸ ਕਹ ਲਓ ਵੀ ਉਹਨਾਂ ਦੀ ਅੱਛੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਫੀਲਿੰਗਸ ਦੇਣ ਦੇ ਲਈ, ਤੇ ਉਹਦੇ ਲਈ ਉੱਥੇ ਟੀਵੀ ਸਕਰੀਨ ਜਿਹੜੀ ਹੈਗੀ ਹੈ ਟੈਲੀਵਿਜ਼ਨ ਤੇ ਉਹਨਾਂ ਦੀ ਅਵੇਅਰਨੈਸ ਲਈ, ਉਹਨਾਂ ਦੀ ਐਂਟਰਟੇਨਮੈਂਟ ਦੇ ਲਈ ਅਲੱਗ-ਅਲੱਗ ਜਿਵੇਂ ਪੀਰੀਅਡ ਬਣੇ ਹੋਏ ਹਨ ਸਵੇਰ ਤੋਂ ਲੈ ਕੇ, ਉਹਦੇ ਵਿੱਚ ਐਕਸਰਸਾਈਜ਼ ਹੈ, ਉਹ 'ਚ ਪ੍ਰੇਅਰ ਹੈ, ਉਹ 'ਚ ਯੋਗਾ ਹੈ, ਉਹ 'ਚ ਵੋਕੇਸ਼ਨਲ ਦਾ ਹੈਗਾ, ਉਹ ਅਲੱਗ-ਅਲੱਗ ਚੀਜ਼ਾਂ ਇਹਦੇ ਵਿੱਚ ਸਾਰੀਆਂ ਡਿਜ਼ਾਈਨ ਕੀਤੀਆਂ ਗਈਆਂ। ਲਿਫਟਾਂ ਲੱਗੀਆਂ, ਨਰਸਿੰਗ ਸਟੇਸ਼ਨ ਬਣੇ ਹੋਏ ਆ, ਲਿਫਟ ਮਤਲਬ ਜਿਸ ਤਰ੍ਹਾਂ ਦੀ ਵੀ ਅਸੀਂ ਮਤਲਬ ਸਾਨੂੰ ਡਾਕਟਰਾਂ ਨੇ ਗਾਈਡ ਕੀਤਾ ਇਸ ਤਰ੍ਹਾਂ ਦੀ ਲੋੜ ਹੈਗੀ, ਉਸ ਤਰੀਕੇ ਨਾਲ ਅਸੀਂ ਇਹਦੇ ਵਿੱਚ ਕੋਸ਼ਿਸ਼ ਆਪਣੇ ਵੱਲੋਂ ਸੰਗਤ ਦੇ ਸਹਿਯੋਗ ਨਾਲ ਕਰ ਰਹੇ ਹਾਂ। ਮੈਂ ਸਲੂਟ ਕਰਦਾ ਫਿਰ ਸੰਗਤ ਨੂੰ, ਸਮਾਜ ਦਾ ਦਰਦ ਰੱਖਣ ਵਾਲੀ, ਜਿਨ੍ਹਾਂ ਦੇ ਸਦਕਾ ਇਹ ਸਾਰਾ ਕੁਝ ਵੱਡੇ ਪੱਧਰ ਤੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਿਹੜੇ ਗਿਣਤੀ ਦੇ ਵਿੱਚ ਲੋੜਵੰਦ ਸਾਡੇ ਨਾਗਰਿਕ ਹੈ, ਜਿਨ੍ਹਾਂ ਨੂੰ ਕਿ ਸੰਭਾਲ ਦਾ, ਇਲਾਜ ਦਾ ਤੇ ਪੁਨਰਵਾਸ ਦਾ ਮੌਕਾ ਨਹੀਂ ਮਿਲਦਾ, ਉਹਨਾਂ ਨੂੰ ਲਗਭਗ ਇੱਥੇ ਕਹ ਲਓ ਵੀ ਲੇਡੀਜ਼ ਦੀ ਗੱਲ ਕਰਾਂ ਜੇ ਮੈਂ ਇਕੱਲੀ ਦੀ, ਤੇ ਲੇਡੀਜ਼ ਨੂੰ ਵੀ 300 ਲੇਡੀਜ਼ ਜਿਹੜੀ ਆ ਹੋਰ ਉਸ ਨੂੰ ਇਸ ਦੇ ਨਾਲ ਜੋੜਿਆ ਜਾ ਸਕਦਾ ਜਾਂ ਸੰਭਾਲਿਆ ਜਾ ਸਕਦਾ, ਮੌਕਾ ਮਿਲ ਜਾਏਗਾ, ਉਹਨੂੰ ਵੀ ਠੀਕ ਹੋਣ ਦਾ ਮੌਕਾ, ਉਹਨੂੰ ਸੰਭਾਲ ਦਾ ਮੌਕਾ, ਉਹਨੂੰ ਸੁਧਾਰ ਦਾ ਮੌਕਾ। ਬੜੀ ਮਹੱਤਵਪੂਰਨ ਇੱਕ ਪਹਿਲੂ ਹੈ ਜਿਸ ਤੋਂ ਨਾ ਤੁਸੀਂ ਨਾ ਮੈਂ ਨਾ ਕੋਈ ਹੋਰ ਦੁਨੀਆ ਦਾ ਬਹੁਤ ਘੱਟ ਨੇ। ਉਹ ਪਹਿਲੂ ਇਹ ਹੈ ਕਿ ਇਹਨਾਂ ਚੀਜ਼ਾਂ ਨੂੰ ਡਿਵੈਲਪ ਕਰਨ ਦੇ ਲਈ, ਬਣਾਉਣ ਦੇ ਲਈ ਸਭ ਤੋਂ ਮਹੱਤਵਪੂਰਨ ਪੱਖ ਹੈ ਪੈਸਾ, ਫੰਡ। ਹਾਲਾਂਕਿ ਸੰਗਤ ਲਗਾਤਾਰ ਸਹਿਯੋਗ ਕਰਦੀ ਹੈ, ਜਿਹੜੀ ਮਨੁੱਖਤਾ ਪੱਖੀ ਆ, ਮਨੁੱਖ ਦੇ ਦਰਦੀ ਨੇ ਜਿਹੜੇ, ਇਸ ਬਿਲਡਿੰਗ ਦੇ ਕੰਪਲੀਟ ਹੋਣ ਤੱਕ ਕਿੰਨੇ ਕੁ ਪੈਸੇ ਲੱਗਣਗੇ, ਕਿੰਨੇ ਕੁ ਰੁਪਈਏ ਲੱਗਣਗੇ? ਨੈਚੁਰਲੀ ਇਹਦੇ ਵਿੱਚ ਕੰਮ ਜਿਹੜਾ ਹੈਗਾ ਹਰ ਇੱਕ ਚੀਜ਼ ਨਾ ਮੈਂ ਤੁਹਾਨੂੰ ਫਿਰ ਥੋੜੀ ਜਿਹੀ ਸ਼ਾਰਟਲੀ ਦੱਸਾਂ ਕਿ ਇਹ ਮਤਲਬ ਅਜੇ ਆਰਕੀਟੈਕਟ ਨੇ ਇਹਨਾਂ ਦੀਆਂ ਲੋੜਾਂ ਦੱਸ ਕੇ ਡਾਕਟਰ ਸਾਹਿਬਾਨਾਂ ਤੋਂ ਜਿਹੜੇ ਅਲੱਗ-ਅਲੱਗ ਫੀਲਡ ਦੇ ਐਕਸਪਰਟ ਹੈ, ਤੇ ਅਸੀਂ ਆਰਕੀਟੈਕਟ ਨੂੰ ਉਹ ਚੀਜ਼ ਰਿਕੁਆਇਰਮੈਂਟ ਦਿੱਤੀ ਹੈ। ਆਰਕੀਟੈਕਟ ਨੇ ਆਪਣੇ ਹਿਸਾਬ ਨਾਲ ਆਪਣੀ ਨੌਲੇਜ, ਐਕਸਪੀਰੀਅੰਸ, ਐਜੂਕੇਸ਼ਨ ਦੇ ਹਿਸਾਬ ਨਾਲ ਡਿਜ਼ਾਈਨ ਕੀਤਾ, ਫਿਰ ਇਹਨੂੰ ਲੋੜਾਂ ਦੱਸ ਦਿੱਤੀਆਂ, ਫਿਰ ਇਹ ਸਟਰਕਚਰ ਇੰਜੀਨੀਅਰ ਨੇ ਇਹਨੂੰ ਡਿਜ਼ਾਈਨ ਕੀਤਾ ਜੀ। ਤੇ ਮੈਂ ਬਾਈ ਚਾਂਸ ਗੱਲ ਛੇੜ ਬੈਠਿਆ ਪਿਛਲੇ ਮੀਟਿੰਗ ਦੇ ਵਿੱਚ, ਮੈਂ ਕਿਹਾ ਜੀ ਜਿਵੇਂ ਤੁਸੀਂ ਥੱਲੇ ਵਾਲੀ ਮੰਜ਼ਲ ਦਾ ਸਰੀਆ ਡਿਜ਼ਾਈਨ ਕੀਤਾ ਵੀ ਅਸੀਂ ਉੱਪਰ ਵਾਲੀ ਮੰਜ਼ਲ ਨੂੰ ਉਦਾਂ ਹੀ ਚੱਕ ਦਈਏ, ਫਿਰ ਕਹਿੰਦੇ ਨਹੀਂ ਜੀ ਨਹੀਂ, ਆਪਾਂ ਨੇ ਸਰੀਆ ਘਟਾਉਣਾ ਇਹਦੇ ਵਿੱਚ, ਉੱਪਰ ਲੋਡ ਘੱਟ ਹੈਗਾ, ਲਾਈਕ ਉੱਪਰ ਇਹ ਚੀਜ਼ ਮਤਲਬ ਟੈਕਨੀਕਲੀ ਜੋ ਸਾਨੂੰ ਇਹ ਇਦਾਂ ਨਹੀਂ ਹੈ ਕਿ ਸੰਗਤ ਦਾ ਪੈਸਾ ਆ ਰਿਹਾ ਤੇ ਅਸੀਂ ਅੱਖਾਂ ਮੀਚ ਕੇ ਲੱਗੇ ਹੋਏ ਹਾਂ, ਨਹੀਂ, ਆ ਮਹੱਤਵਪੂਰਨ ਪੱਖ ਹੈ, ਜਿੱਥੇ ਲੋੜ ਹੈ, ਜਿੰਨੀ ਲੋੜ ਹੈਗੀ ਉਸ ਚੀਜ਼ ਦੀ ਚੰਗੀ ਤਰ੍ਹਾਂ। ਹੁਣ ਵੀ ਇੰਜੀਨੀਅਰ ਸਾਹਿਬ ਹੁਣੇ ਜੇ ਅੱਧਾ ਘੰਟਾ ਪਹਿਲਾਂ, ਮੈਨੂੰ ਲੱਗਦਾ ਅੱਧਾ ਘੰਟਾ ਵੀ ਨਹੀਂ, 15-20 ਮਿੰਟ ਪਹਿਲਾਂ ਇਹਨੂੰ ਚੈੱਕ ਕਰਕੇ ਗਏ, ਕੋਈ ਕਮੀ ਤੇ ਨਹੀਂ। ਇੱਕ ਵਾਰ ਦੁਬਾਰੇ ਆ ਕੇ ਉਹਨੇ ਫਿਰ ਚੈੱਕ ਕਰਨਾ, ਜਦੋਂ ਉਹਨੇ ਕਹਿਣਾ ਬਿਲਕੁਲ ਠੀਕ ਹੈ, ਓਕੇ, ਤੇ ਉਸ ਤੋਂ ਬਾਅਦ ਫਿਰ ਇਹ ਲਾਈਕੀ ਚ ਲੈਂਟਰ ਜਿਹੜਾ ਵੀ ਜੋ ਵੀ ਆਰਸੀਸੀ ਮਟੀਰੀਅਲ ਜਿਹੜਾ ਹੈਗਾ ਇਹਦੇ ਵਿੱਚ ਫਿਰ ਰੈਡੀਮਿਕਸ ਉਹ 'ਚ ਪਾਇਆ ਜਾਣਾ ਹੈਗਾ। ਫਿਰ ਉਸ ਤਰੀਕੇ ਨਾਲ ਜੋ ਵੀ ਮਤਲਬ ਕਹਿ ਲਓ ਜਿਸ ਤਰੀਕੇ ਨਾਲ ਵੀ ਜਿਹੜੇ ਐਕਸਪਰਟ ਹੈਗੇ ਸਾਨੂੰ ਗਾਈਡ ਕਰਦੇ ਆ, ਅਸੀਂ ਉਸ ਤਰੀਕੇ ਨਾਲ ਕੋਸ਼ਿਸ਼ ਕਰਦੇ ਹਾਂ। ਤੇ ਇਹਦੇ ਵਿੱਚ ਲੇਡੀਜ਼ ਜਿਵੇਂ ਆਪਾਂ ਮਹਿਸੂਸ ਕਰਦੇ ਹਾਂ ਉਹਨਾਂ ਨੂੰ ਕਾਫੀ ਰਾਹਤ ਮਿਲੇਗੀ। ਇੱਕ ਤਾਂ ਹੁਣ ਸ਼ੈਡਾਂ ਦੇ ਵਿੱਚ ਇੱਕ ਬੈੱਡ ਤੇ ਮਜਬੂਰੀ ਕਰਨ ਦੋ ਵੀ ਐਡਜਸਟ ਕੀਤੀਆਂ, ਤੇ ਫਿਰ ਜਿਹੜਾ ਬਰੈਂਡੇ ਭਰਨ ਤੋਂ ਬਾਅਦ ਸ਼ੈਡ ਨਾ ਮਿਲੇਗੀ ਤਾਂ ਤੁਰੰਤ ਉਹਨਾਂ ਨੂੰ ਰਿਲੀਫ ਮਿਲ ਜੇਗੀ। ਤੇ ਦੂਜੀ ਗੱਲ ਹੈ ਨਵਿਆਂ ਨੂੰ ਦਾਖਲ ਕਰਨ ਦੇ ਵਿੱਚ ਕੁਝ ਆਸਾਨ ਕੁਝ ਦੇਰ ਤੱਕ ਹੈ ਨਾ, ਉਹਦੇ ਵਿੱਚ ਜਦੋਂ ਤੱਕ ਇਹ ਸੰਭਾਲਣ ਦੇ ਸਮਰੱਥ ਰਹੇਗਾ। ਹਾਂਜੀ ਇਹ ਬਿਲਡਿੰਗ ਬੜੀ ਜਲਦੀ ਪਹਿਲੀਆਂ ਵੀ ਬਿਲਡਿੰਗਾਂ ਅਸੀਂ ਜੇ ਆਪਾਂ ਦੇਖਾਂਗੇ ਇਸ ਦੇ ਉੱਪਰ ਜਾ ਕੇ, ਤੇ ਪਿਛਲੀ ਸਾਈਡ ਬਿਲਡਿੰਗਾਂ ਬਣੀਆਂ ਹੋਈਆਂ ਉਹ ਬਣਦੀਆਂ ਬਾਅਦ ਦੇ ਵਿੱਚ, ਤੇ ਭਰ ਪਹਿਲਾਂ ਜਾਂਦੀਆਂ ਕਿਉਂਕਿ ਆਲਰੇਡੀ ਰਸ਼ ਜ਼ਿਆਦੇ ਹੈ। ਜਿਵੇਂ ਤੁਸੀਂ ਗੱਲ ਕਰਦੇ ਸੀ ਵੀ ਬਿਲਡਿੰਗਾਂ ਦੀ ਕੀ ਲੋੜ ਪੈ ਗਈ, ਤੇ ਗੱਲ ਮਤਲਬ ਇਹ ਹੈ ਵੀ ਇਹਨਾਂ ਦੀ ਤਾਂ ਕੀ ਮਤਲਬ ਇਹੋ ਜਿਹੀਆਂ ਹੋਰ ਬਹੁਤ ਬਿਲਡਿੰਗਾਂ ਦੀ ਲੋੜ ਹੈਗੀ ਹੈ, ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਕਈਆਂ ਦੇ ਔਲਾਦ ਨਹੀਂ ਹੋਈ, ਕਈਆਂ ਨੇ ਘਰ ਦੇ ਰਸਤੇ ਭੁੱਲ ਗਏ, ਕਈਆਂ ਨੇ ਸ਼ਾਦੀ ਨਹੀਂ ਕਰਾਈ, ਕਈ ਔਲਾਦਾਂ ਨੇ ਛੱਡਤਾ ਜੀ, ਕਈ ਔਲਾਦਾਂ ਨੇ ਬੜੇ ਵੀਰਾਨ ਥਾਵਾਂ ਤੇ ਛੱਡ ਦਿੱਤਾ, ਬਹੁਤ ਸਮਝ ਕੇ ਪਤਾ ਹੀ ਨਹੀਂ ਲੱਗ ਰਿਹਾ ਇਸ ਵੇਲੇ ਉਹਨਾਂ ਨੂੰ ਵਿਚਾਰੇ ਬਜ਼ੁਰਗਾਂ ਨੂੰ।
ਤੇ ਜਾਂ ਬਹੁਤ ਸਾਰੇ ਮਾਨਸਿਕ ਰੋਗਾਂ ਤੋਂ ਪੀੜਤ ਨਾਗਰਿਕ ਹਾਲਾਤਾਂ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਬਣਾ ਦਿੱਤਾ ਵੀ ਵੱਡੀ ਗਿਣਤੀ ਦੇ ਵਿੱਚ ਲੋੜ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੀ ਮਾਨਸਿਕਤਾ ਐਸੀ ਬਣ ਜਾਏ ਕਿ ਲੋੜ ਨਾ ਪਵੇ ਇਹਨਾਂ ਸੈਂਟਰਾਂ ਦੀ, ਨਾ ਪਵੇ ਲੋੜ। ਅਸਲ 'ਚ ਸਾਡੀ ਮਹੱਤਵਪੂਰਨ ਗੱਲ ਇਹ ਹੈ, ਸੁਨੇਹਾ ਕੋਸ਼ਿਸ਼ ਤਾਂ ਸਾਡੀ ਇਹੀ ਹੈ। ਪਰ ਚਲੋ ਜੀਵਨ ਦੀ ਜਿਹੜਾ ਲਾਈਕ ਕਹ ਲਓ ਵੀ ਪਰਮਾਤਮਾ ਵੱਲੋਂ ਇਹ ਬਣਾਇਆ ਹੀ ਇਸ ਢੰਗ ਨਾਲ ਹੈ ਵੀ ਕਈ ਵਾਰ ਅਖੀਰਲੇ ਸਮੇਂ 'ਚ ਲੋੜ ਪੈ ਹੀ ਜਾਂਦੀ ਹੈ। ਕੁਝ ਲੋਕ ਡਿਮੈਂਸ਼ੀਆ ਕਰਕੇ ਘਰ ਦੇ ਰਸਤੇ ਭੁੱਲ ਹੀ ਜਾਂਦੇ ਆ ਜਾਂ ਅਖੀਰਲੇ ਸਮੇਂ 'ਚ ਇਕੱਲੇ ਰਹਿ ਜਾਂਦੇ ਆ, ਜਾਂ ਫਿਰ ਜਿਹੜੇ ਇੰਟੈਲੈਕਚੁਅਲੀ ਵੀਕ ਸਾਡੇ ਦੇਸ਼ ਦੇ ਨਾਗਰਿਕ ਹੈਗੇ ਆ ਉਹਨਾਂ ਨੂੰ ਮਾਂ-ਬਾਪ ਤੋਂ ਬਾਅਦ ਕਈ ਵਾਰ ਕੋਈ ਸਹਾਰਾ ਨਹੀਂ ਲੱਭਦਾ ਤੇ ਉਹੋ ਜਿਹੇ ਲੋੜੀਂਦੇ ਪ੍ਰਬੰਧ ਨਹੀਂ ਹੈਗੇ, ਜਿਸ ਕਰਕੇ ਲੋੜ ਜਿਹੜੀ ਹੈਗੀ ਹੈ ਇੱਕ ਵੱਡੇ ਪੱਧਰ ਤੇ ਕਾਫੀ ਜ਼ਿਆਦਾ ਲੋੜ ਇਸ ਸਾਡੇ ਸਮਾਜ ਨੂੰ ਹੈਗੀ ਹੈ ਇਹਨਾਂ ਦੀ। ਪ੍ਰੋਗਰਾਮ ਨੂੰ ਖਤਮ ਕਰਾਂ ਉਸ ਤੋਂ ਪਹਿਲਾਂ 1 ਮਿੰਟ ਦੇ ਲਈ ਸਭ ਤੋਂ ਮੇਰਾ ਨਾ ਇੱਕ ਸਵਾਲ ਵਾਰ-ਵਾਰ ਆ ਰਿਹਾ ਸੀਗਾ ਕਿ ਸੁਰੱਖਿਆ, ਇਸ ਇਮਾਰਤ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਉਹ ਸਾਰੇ ਕਿਸਮ ਦੀਆਂ ਸੁਰੱਖਿਆ ਦੀ ਗੱਲ ਕਰਦਾ ਮੈਂ, ਕੀ ਪ੍ਰਬੰਧ ਹੋਣਗੇ ਇਹਦੇ ਬਣ ਜਾਣ ਤੋਂ ਬਾਅਦ? ਪਹਿਲੀ ਗੱਲ ਤੇ ਸੁਰੱਖਿਆ ਡਿਪੈਂਡ ਕਰਦੀ ਹੈਗੀ ਹੈ ਵੀ ਤੁਸੀਂ ਸਟਰਕਚਰ ਕਿੱਦਾਂ ਡਿਜ਼ਾਈਨ ਕੀਤਾ ਜੀ। ਇਸ ਦੇ ਵਿੱਚ ਸਾਡੇ ਸੱਜਣ ਜਾਣਦੇ ਹੋਣਗੇ ਜੇ ਉਹਨਾਂ ਨੇ ਕਿਹਾ ਨਾ ਵੀ 25 mm ਦਾ ਸਰੀਆ ਤੇ ਇੰਨਾ ਸਰੀਆ ਤੇ ਇਸ ਤਰ੍ਹਾਂ ਤੇ ਇਸ ਲੈਵਲ ਦਾ ਮੂਵਮੈਂਟ ਅਰਥਕੁਇਕ ਜੇ ਆਉਂਦਾ ਹੈ ਉਹਦੇ ਵਿੱਚ ਇਸ ਲੈਵਲ ਤੇ ਮਤਲਬ ਉਸ ਨੂੰ ਡਿਜ਼ਾਈਨ ਕਰ ਦਿੱਤਾ ਗਿਆ ਥੱਲੇ, ਤੇ ਜਿਹੜੇ ਕਿ ਦੇਖ ਕੇ ਲੋਕ ਹੈਰਾਨ ਸੀ, ਕਹਿੰਦੇ ਵੀ ਇਹ ਸਟਰਕਚਰ ਇਦਾਂ ਦਾ ਕਿਵੇਂ ਬਣਾਇਆ। ਤੇ ਉਹਨਾਂ ਨੇ ਇਹਨੂੰ ਸੇਫਟੀ ਨੂੰ ਧਿਆਨ 'ਚ ਰੱਖ ਕੇ ਸਟਰਕਚਰ ਦੀ ਤੇ ਉਹਨਾਂ ਨੇ ਵੈਲ ਕੁਆਲੀਫਾਈਡ ਜਿਹੜੇ ਸਟਰਕਚਰ ਨੂੰ ਡਿਜ਼ਾਈਨ ਕਰਨ ਵਾਲੇ ਸਾਡੇ ਇੰਜੀਨੀਅਰ ਹੈ ਉਹਨਾਂ ਨੇ ਇਹਨੂੰ ਡਿਜ਼ਾਈਨ ਕੀਤਾ ਹੋਇਆ। ਦੂਜੀ ਗੱਲ ਹੈ ਅਸੀਂ ਨੀਡ ਬੇਸਡ ਜਿਹੜਾ ਹੈਗਾ ਫਾਇਰ ਦਾ ਸਿਸਟਮ ਜਿਹੜਾ ਹੈਗਾ ਕਿਸੇ ਵੀ ਬਿਲਕੁਲ ਉਹਦੇ ਲਈ ਵੀ ਇਸ ਦੇ ਉੱਤੇ ਰੈਗੂਲਰ ਹੁਣ ਇਸ ਵੇਲੇ ਕੰਮ ਸ਼ੁਰੂ ਹੋ ਚੁੱਕਿਆ ਹੈ ਤੇ ਉਸ ਦੇ ਵਿੱਚ ਜਗ੍ਹਾ ਤੇ ਉਹ ਚੀਜ਼ਾਂ ਫਾਇਰ ਸੇਫਟੀ ਇਕਵਿਪਮੈਂਟ ਉਹ ਲੱਗ ਚੁੱਕੇ ਹੈ, ਮਤਲਬ ਲੱਗ ਰਹੇ ਹੈ। ਤੇ ਨਾਲ ਦੀ ਨਾਲ ਇੱਕ ਕਾਮਨ ਜੀ ਜਗ੍ਹਾ ਤੇ ਅਸੀਂ ਜਿਹੜਾ ਇੱਥੇ ਉਹਨਾਂ ਦੀ ਸਲਾਹ ਲੈ ਕੇ ਇਸ ਤੇ ਵਰਕ ਚੱਲ ਰਿਹਾ ਹੈਗਾ ਕਿ ਸਾਡੀ ਨਾਲ ਹੀ ਬਿਲਡਿੰਗ ਚਿਲਡਰਨ ਹੋਮ ਹੈ, ਨਾਲ ਹੀ ਦੂਜੀਆਂ ਬਿਲਡਿੰਗ ਜਿਹੜੀਆਂ ਲੇਡੀਜ਼ ਲਈ ਬਣੀਆਂ ਹੋਈਆਂ, ਇੱਧਰ ਨਾਲ ਹੀ ਛੋਟੀਆਂ ਬੱਚੀਆਂ ਦੇ ਲਈ, ਪ੍ਰੈਗਨੈਂਟ ਲੇਡੀਜ਼ ਦੇ ਲਈ ਜਿਹੜੀ ਬਿਲਡਿੰਗ ਹੈ ਵੀ ਇਹਨਾਂ ਦੇ ਵਿੱਚ ਅਸੀਂ ਕਿਸ ਤਰੀਕੇ ਨਾਲ ਕੋਈ ਕਾਮਨ ਜਿਹੜਾ ਹੈਗਾ ਇੱਕ ਮਤਲਬ ਜਗ੍ਹਾ ਤੇ ਉਤੋਂ ਕਿਸ ਤਰ੍ਹਾਂ ਮਤਲਬ ਅਲੱਗ-ਅਲੱਗ ਜਗ੍ਹਾ ਤੇ ਜੇ ਇੱਕ ਦੂਜੀ ਬਿਲਡਿੰਗ ਨੂੰ ਸਪੋਰਟ ਕਰਨ ਦੀ ਲੋੜ ਪਵੇ ਉਹਦੇ ਉੱਤੇ ਵੀ ਵਰਕ ਚੱਲ ਰਿਹਾ। ਉਹਦੀ ਕਨੈਕਟੀਵਿਟੀ ਔਰ ਮੈਸੇਜ ਜੇ ਕੋਈ ਐਮਰਜੈਂਸੀ ਆਉਂਦਾ ਹੈ ਐਮਰਜੈਂਸੀ ਉਹ ਅਲੱਗ-ਅਲੱਗ ਮਤਲਬ ਜਿਹੜੀਆਂ ਵੀ ਲੋਡ ਬੇਸਡ ਜੀ ਤੇ ਉਹ ਉਸ ਦੇ ਉੱਤੇ ਮਤਲਬ ਆਲਰੇਡੀ ਸਾਰੀਆਂ ਟੀਮਾਂ ਕੰਮ ਕਰ ਰਹੀਆਂ ਹੈਗੀਆਂ ਕਿਉਂਕਿ ਸਾਡੇ ਲਈ ਬਹੁਤ ਹੀ ਇੰਪੋਰਟੈਂਟ ਹੈ ਇਹਨਾਂ ਦੇ ਲਈ ਇਹ ਸਾਰੀਆਂ ਚੀਜ਼ਾਂ। ਸੇਫਟੀ ਦੇ ਐਂਗਲ ਤੋਂ ਇਹ ਵੀ ਪੌੜੀਆਂ ਜੀ ਇੱਕਦਮ ਕਿਤੇ ਲੋਡ ਪੈਂਦੀ ਹੈ ਉਧਰੋਂ ਆਪਾਂ ਚੜ੍ਹ ਕੇ ਆਏ ਹਾਂ, ਐਮਰਜੈਂਸੀ ਇਹ ਵੀ ਥੱਲੇ ਜਾਣ ਲਈ ਹੈ। ਐਮਰਜੈਂਸੀ ਇਹ ਗੈਲਰੀ ਸਿੱਧੀ ਅੱਗੇ ਐਂਡ ਤੇ ਨਿਕਲ ਜਾਂਦੀ ਹੈ, ਉੱਥੇ ਲਿਫਟ ਅਲੱਗ ਲੱਗੀ ਹੋਈ ਹੈ, ਪ੍ਰੋਵੀਜ਼ਨ ਦੂਜੀ ਦੀ ਵੀ ਛੱਡੀ ਹੋਈ ਹੈ ਤੇ ਉਹਦੇ ਚ ਲਾਈਕ ਸਟੇਅਰਸ ਵੀ ਹੈਗੀਆਂ। ਮਤਲਬ ਇਸ ਤਰ੍ਹਾਂ 1 2 3 ਅਲੱਗ-ਅਲੱਗ ਜਗ੍ਹਾ ਤੇ ਕਿਸੇ ਵੇਲੇ ਲੋੜ ਪਵੇ ਤਾਂ ਕੋਈ ਵੀ ਚੀਜ਼ ਜਿਹੜੀ ਹੈਗੀ ਹੈ ਬਾਕੀ ਤਾਂ ਉਸ ਮਾਲਕ ਦੇ ਹੱਥ ਵਿੱਚ ਕਰਾਏ ਆਪੇ ਹੱਥ। ਆਪਣੀ ਤਾਂ ਕੋਸ਼ਿਸ਼ ਹੈ ਅਸੀਂ ਉਸ ਪਰਮਾਤਮਾ ਦਾ ਆਸਰਾ ਤੱਕ ਕੇ ਸਮਾਜਦਾਰ ਦੇ ਸੱਜਣਾਂ ਦੇ ਸਹਿਯੋਗ ਦੇ ਨਾਲ ਕੋਸ਼ਿਸ਼ ਕਰਦੇ ਹਾਂ ਵੀ ਜਿਵੇਂ ਹੋਰ ਨੂੰ ਸਾਨੂੰ ਸਾਰਿਆਂ ਨੂੰ ਇਹ ਸਹੂਲਤ ਚਾਹੀਦੀ ਹੈ ਜ਼ਿੰਦਗੀ ਜੀਣ ਦੇ ਲਈ ਤੇ ਸਾਡੇ ਸਾਰੇ ਸਾਥੀਆਂ ਨੂੰ ਚਾਹੀਦੀ ਹੈਗੀ ਹੈ, ਉਸ ਦੇ ਲਈ ਮਤਲਬ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਯਤਨਸ਼ੀਲ ਹੈ। ਸੰਵਿਧਾਨ ਦਾ ਸਤਿਕਾਰ ਕਰਦੇ ਹੋਏ ਜ਼ਮੀਰ ਦੀ ਆਵਾਜ਼ ਦੇ ਮੁਤਾਬਕ ਸਾਡੀ ਪਰਮਾਤਮਾ ਅੱਗੇ ਅਰਦਾਸ ਹੈ ਸਮਾਜਦਾਰ ਦੇ ਸੱਜਣਾਂ ਦੇ ਸਹਿਯੋਗ ਤੱਕ ਲੈ ਕੇ ਵੀ ਅਖੀਰਲੇ ਸਮੇਂ ਤੱਕ ਅਸੀਂ ਮਤਲਬ ਵੀ ਜਿਹੜਾ ਇਸ ਦੇ ਵਿੱਚ ਇਦਾਂ ਦਾ ਵਰਕ ਹੋ ਜਾਵੇ ਤਾਂ ਕਿ ਸਾਡੇ ਨਾਗਰਿਕ ਜਿਹੜੇ ਅੱਜ ਰੁਲ ਰਹੇ ਹਨ ਨਾ ਰੀਹੈਬਿਲਿਟੇਸ਼ਨ ਦੇ ਮੌਕੇ ਨੂੰ ਉਹ ਰੋਲਣ ਤੋਂ ਘੱਟ ਕੇ ਬਚ ਸਕਣ। ਬਹੁਤ ਸ਼ੁਕਰੀਆ ਭਾਈ ਸਾਹਿਬ ਗੱਲਬਾਤ ਕਰਨ ਦੇ ਲਈ। ਔਰ ਪਿਆਰੇ ਦਰਸ਼ਕੋ ਇਹ ਸੁਨੇਹਾ ਹੁਣ ਤੁਹਾਡੇ ਲਈ ਕਿ ਮਾਲਕ ਨੇ ਤੁਹਾਨੂੰ ਬਹੁਤ ਕੁਝ ਦਿੱਤਾ, ਜਿਹੜੇ ਲੋਕ ਕੰਮ ਕਰ ਰਹੇ ਨੇ ਉਹਨਾਂ ਨੂੰ ਜਜ਼ਬਾ ਵੀ ਦਿੱਤਾ ਹੈ, ਜ਼ਮੀਰ ਵੀ ਦਿੱਤੀ ਹੈ, ਜਜ਼ਬਾਤ ਵੀ ਦਿੱਤੇ ਨੇ। ਇਹ ਤਿੰਨੇ ਚੀਜ਼ਾਂ ਬੜੀਆਂ ਜ਼ਰੂਰੀ ਨੇ, ਤਿੰਨੇ ਜੱਜੇ ਬੜੇ ਜ਼ਰੂਰੀ ਨੇ। ਜਜ਼ਬਾਤੀ ਨਹੀਂ ਹੋਣਗੇ ਤਾਂ ਕਿਸੇ ਦੀ ਸਾਂਭ ਸੰਭਾਲ ਸੋਚ ਵੀ ਨਹੀਂ ਸਕਦੇ। ਜ਼ਮੀਰ ਨਹੀਂ ਹੋਏਗੀ ਤਾਂ ਅੰਦਰੋਂ ਵੱਲ ਨਹੀਂ ਆਉਂਦਾ, ਆਵਾਜ਼ ਨਹੀਂ ਆਉਂਦੀ ਹੈ। ਜਜ਼ਬਾ ਨਹੀਂ ਹੋਏਗਾ ਤਾਂ ਕਠਿਨਾਈਆਂ ਮੁਸ਼ਕਲਾਂ ਦੇ ਬਾਵਜੂਦ ਤੁਸੀਂ ਅੱਗੇ ਵਧ ਨਹੀਂ ਸਕਦੇ। ਕਠਿਨਾਈਆਂ ਮੁਸ਼ਕਲਾਂ ਦਾ ਬਾਤ ਦੀ ਜ਼ਿਕਰ ਫਿਰ ਕਦੇ ਕਰੂੰਗਾ ਕਿਉਂਕਿ ਸਰਕਾਰਾਂ ਬੜੇ ਰੋੜੇ ਡਾਉਂਦੀਆਂ ਹੁੰਦੀਆਂ ਨੇ ਜਦੋਂ ਕੋਈ ਵੀ ਸਟਰਕਚਰ ਕ੍ਰੀਏਟ ਕਰਨਾ, ਬਣਾਉਣਾ, ਖੜੇ ਕਰਨਾ, ਉਹ ਬੜੀਆਂ ਉਹ ਲੈਣੀਆਂ ਪੈਂਦੀਆਂ, ਮਤਲਬ ਬੜੀਆਂ ਘੁੱਗੀਆਂ ਮਾਰਨੀਆਂ ਪੈਂਦੀਆਂ। ਉਹ ਗੱਲਾਂ ਬਾਅਦ 'ਚ ਕਿਤੇ ਕਰਾਂਗੇ। ਪਰ ਹੁਣ ਤੁਹਾਡੇ 'ਤੇ ਨਿਰਭਰ ਕਰਦਾ ਕਿ ਜਿਹੜੇ ਵੱਡੇ ਕਾਰਜ ਛਿੜੇ ਹੋਏ ਆ ਇਹਨਾਂ ਕਾਰਜਾਂ ਦੇ ਵਿੱਚ ਕੋਈ ਤੋਟ ਨਾ ਆਵੇ। ਤੁਸੀਂ ਪਹਿਲਾਂ ਵੀ ਨਹੀਂ ਆਉਣ ਦਿੱਤੀ ਤੇ ਹੁਣ ਵੀ ਨਾ ਆਉਣ ਦਿਓ। ਇਹ ਤੁਹਾਡੇ ਅੱਗੇ ਸਾਡੇ ਸਾਰਿਆਂ ਦੁਆਰਾ ਇੱਕ ਬੇਨਤੀ ਕੀਤੀ ਜਾਂਦੀ ਹੈ, ਸੰਸਥਾ ਦੁਆਰਾ ਵੀ ਔਰ ਨਿੱਜੀ ਤੌਰ ਦੇ ਉੱਤੇ ਮੈਂ ਵੀ ਆਪਣੀ ਬੇਨਤੀ ਕਰਦਾ। ਲੈਂਦੇ ਹਾਂ ਇਜਾਜ਼ਤ, ਵਿਦਾਈ ਲੈਂਦੇ ਹਾਂ। ਬਹੁਤ ਸ਼ੁਕਰੀਆ ਭਾਈ ਸਾਹਿਬ, ਬਹੁਤ ਧੰਨਵਾਦ। ਤੁਸੀਂ ਵੌਇਸਲੈਸ ਦੀ ਵੌਇਸ ਬਣੇ ਹੋ। ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ, ਹੋਰ ਸ਼ਕਤੀਆਂ ਬਖਸ਼ੇ। ਸਮੂਹ ਸਰੋਤਿਆਂ ਨੂੰ ਹੋਰ ਪਰਮੇਸ਼ਰ ਜਿਹੜਾ ਹੈਗਾ ਤੰਦਰੁਸਤੀ ਬਖਸ਼ੇ, ਸ਼ਕਤੀਆਂ ਬਖਸ਼ੇ ਤੇ ਸਾਰਿਆਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ।